ਸਤਿ ਸ਼੍ਰੀ ਅਕਾਲ, ਸਵਾਗਤ ਹੈ ਜਗਬਾਣੀ ਪੰਜਾਬ ਕੇਸੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਗੁਰਪ੍ਰੀਤ ਸਿੰਘ। ਜਿਵੇਂ ਕਿ ਤੁਸੀਂ ਜਾਣਦੇ ਹੋ, ਪੂਰੇ ਮੁਲਕ ਦੇ ਵਿੱਚ ਇਸ ਵਕਤ ਕੋਰੋਨਾ ਮਹਾਮਾਰੀ ਦੇ ਕਰਕੇ, ਇਸ ਐਪੀਡੈਮਿਕ ਦੇ ਕਰਕੇ ਅਸੀਂ 55,000 ਦੇ ਨੇੜੇ ਤੇੜੇ ਜਾਂ ਅਬਵ ਕੇਸਿਸ ਨੂੰ ਦੇਖ ਰਹੇ ਹਾਂ। ਸਰਕਾਰ ਤੇ ਸਵਾਲ ਕਈ ਨੇ, ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਨੇ। ਇਸ ਤੋਂ ਇਲਾਵਾ ਨੈਸ਼ਨਲ ਲੈਵਲ ਤੇ ਜਿਸ ਤਰੀਕੇ ਦੇ ਨਾਲ ਅਰੇਂਜਮੈਂਟਸ ਹੋ ਰਹੀਆਂ, ਟੈਸਟਿੰਗ ਕਿਟਸ ਨੂੰ ਲੈ ਕੇ ਸਵਾਲ ਨੇ, ਇਕੋਨਮੀ ਨੂੰ ਲੈ ਕੇ ਵੱਡਾ ਸਵਾਲ ਹੈ, ਲਾਕਡਾਊਨ ਦੇ ਪ੍ਰਬੰਧਨ ਨੂੰ ਲੈ ਕੇ ਵੱਡਾ ਸਵਾਲ ਹੈ, ਮਾਈਗ੍ਰੇਸ਼ਨਸ ਹੈ, ਜਿਹੜੇ ਲੋਕ ਇੱਧਰ ਉੱਧਰ ਸਟ੍ਰੈਂਡ ਹੋ ਗਏ ਸੀ, ਫਸ ਗਏ ਸੀ, ਉਹਨਾਂ ਨੂੰ ਇੱਧਰੋਂ ਉੱਧਰੋਂ ਕੱਢਣ ਨੂੰ ਲੈ ਕੇ ਵੱਡਾ ਸਵਾਲ ਹੈ। ਸੋ ਕਈ ਤਰ੍ਹਾਂ ਦੇ ਸਵਾਲ ਨੇ, ਪਰ ਇਸੇ ਵਿਚਕਾਰ ਆਪੋਜੀਸ਼ਨ ਹੈ ਜਿਹੜੀ, ਉਹਦੇ ਤੇ ਵੀ ਇਹ ਸਵਾਲ ਹੈ ਕਿ ਆਪੋਜੀਸ਼ਨ ਕਿਤੇ ਦਿਖਾਈ ਨਹੀਂ ਦਿੰਦੀ। ਅੱਜ ਇਸੇ ਤੇ ਸਵਾਲ ਜਵਾਬ ਕਰਨ ਦੇ ਲਈ ਸਾਡੇ ਨਾਲ ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ, ਕੌਮੀ ਬੁਲਾਰੇ, ਨੈਸ਼ਨਲ ਸਪੋਕਸਪਰਸਨ ਜੈਵੀਰ ਸ਼ੇਰਗਿੱਲ, ਜਿਹੜੇ ਪੰਜਾਬੀ ਵੀ ਨੇ ਤੇ ਵਕੀਲ ਵੀ ਨੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਨੇ, ਉਹ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਰਾਸ਼ਟਰੀ ਕੰਟੈਕਸਟ ਦੇ ਵਿੱਚ ਔਰ ਥੋੜਾ ਬਹੁਤ ਸਟੇਟ ਕੰਟੈਕਸਟ ਦੇ ਵਿੱਚ ਗੱਲਬਾਤ ਕਰਾਂਗੇ। ਜੈਵੀਰ, ਸਵਾਗਤ ਹੈ ਤੁਹਾਡਾ ਜਗਬਾਣੀ ਤੇ। ਥੈਂਕ ਯੂ ਜੀ, ਤੁਸੀਂ ਮੈਨੂੰ ਆਪਣੇ ਇਸ ਅਹਿਮ ਚੈਨਲ ਤੇ, ਇੱਕ ਰਿਪਿਊਟਡ ਚੈਨਲ ਤੇ ਬੁਲਾਇਆ, ਇਸ ਲਾਇਕ ਸਮਝਿਆ ਕਿ ਮੈਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਤੇ ਆਪਣੀ ਪਾਰਟੀ ਦਾ ਤੇ ਦੇਸ਼ ਦੀ ਜਿਹੜੇ ਅਹਿਮ ਮੁੱਦੇ ਉਹਨਾਂ ਦਾ ਪੱਖ ਰੱਖ ਸਕਾਂ। ਜੈਵੀਰ, ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕਿਵੇਂ ਸਮਝਦੇ ਹੋ ਜਿਸ ਤਰੀਕੇ ਦੇ ਨਾਲ ਸਟੇਟ ਤੇ ਬਾਅਦ ਚ ਆਉਂਦੇ ਆ, ਪਹਿਲਾਂ ਸੈਂਟਰ ਗਵਰਨਮੈਂਟ ਦੀ ਗੱਲ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਇਸ ਐਪੀਡੈਮਿਕ ਨੂੰ ਮੈਨੇਜ ਕੀਤਾ ਜਾ ਰਿਹਾ ਹੈ, ਆਰ ਯੂ ਸੈਟਿਸਫਾਈਡ? ਕਾਂਗਰਸ ਪਾਰਟੀ ਸੈਟਿਸਫਾਈਡ ਹੈ? ਦੇਖੋ, ਤੁਸੀਂ ਆਪਣਾ ਇੰਟਰੋਡਕਸ਼ਨ ਸ਼ੁਰੂ ਇੱਕ ਗੱਲ ਨਾਲ ਕੀਤੀ ਕਿ ਕਾਂਗਰਸ ਦੀ ਮਹਾਮਾਰੀ, ਜਿਹੜੀ ਕਰੋਨਾ ਵਾਇਰਸ ਦੀ ਮਹਾਮਾਰੀ ਹੈ ਦੇਸ਼ ਦੀ, ਅੱਜ ਹਿੰਦੁਸਤਾਨ, ਪੰਜਾਬ ਤਿੰਨ ਪਾਸਿਓਂ ਜਿਹੜਾ ਵਾਰ ਹੈ ਉਹ ਸਹਿ ਰਿਹਾ। ਪਹਿਲਾ ਕਰੋਨਾ ਵਾਇਰਸ ਦਾ ਵਾਰ, ਦੂਜਾ ਆਰਥਿਕ ਮੰਦੀ ਦਾ ਵਾਰ, ਤੀਜਾ ਮਹਿੰਗਾਈ ਦਾ ਵਾਰ। ਕਰੋਨਾ ਤਾਂ ਚਾਈਨਾ ਤੋਂ ਆਇਆ, ਆਰਥਿਕ ਮੰਦੀ ਤੇ ਮਹਿੰਗਾਈ ਦਾ ਵਾਰ ਕੇਂਦਰੀ ਸਰਕਾਰ ਦੀ ਦੇਣ ਹੈ ਇਸ ਦੇਸ਼ ਨੂੰ ਤੇ ਪੰਜਾਬ ਨੂੰ ਤੇ ਹਰ ਸੂਬੇ ਨੂੰ। ਦੂਜੀ ਗੱਲ, ਪਹਿਲਾਂ ਮੈਂ ਆਰੋਪ ਲਾ ਦਿੰਦਾ ਤੇ ਉਹਨੂੰ ਇੱਕ ਵਕੀਲ ਵੀ ਹੈ, ਜਿੱਦਾਂ ਤੁਸੀਂ ਕਿਹਾ, ਉਹਨਾਂ ਨੂੰ ਫੈਕਟਸ ਨਾਲ ਬੈਕ ਵੀ ਕਰ ਦਿੰਦਾ ਤੇ ਸਪੋਰਟ ਵੀ ਦੇ ਦਿੰਦਾ। ਦੋ ਮੇਨ ਆਰੋਪ ਹੈ। ਕਰੋਨਾ ਵਾਇਰਸ ਨੇ ਕੇਂਦਰ ਦੀ ਸਰਕਾਰ ਦੀ ਲਿਫਾਫਾਬਾਜ਼ੀ ਤੇ ਲਾਪਰਵਾਹੀ ਦਾ ਪਰਦਾਫਾਸ਼ ਕੀਤਾ। ਦੂਜਾ, ਕੇਂਦਰ ਸਰਕਾਰ ਨੇ ਮਰਮ ਲਾਉਣ ਦੀ ਬਜਾਏ ਲੂਣ ਛਿੜਕਣ ਦਾ ਕੰਮ ਕੀਤਾ। ਕੇਂਦਰ ਸਰਕਾਰ ਨੇ ਇੱਕ ਈਸਟ ਇੰਡੀਆ ਕੰਪਨੀ ਜਿਹੜੇ ਗੋਰਿਆਂ ਦੀ ਉਹਦੀ ਤਰ੍ਹਾਂ ਇਸ ਔਖੇ ਘੜੀ 'ਚ ਵੀ ਦੇਸ਼ ਵਾਸੀਆਂ ਨੂੰ ਲੁੱਟਣ ਦਾ ਕੰਮ ਕੀਤਾ। ਜਿੱਥੇ ਕੀਮਤਾਂ 'ਚ ਛੁੱਟ ਦੇਣ ਦਾ ਸਮਾਂ ਸੀ, ਉੱਥੇ ਲੁੱਟ ਕੀਤੀ ਹੈ। ਜਿੱਥੇ ਕੀਮਤਾਂ ਘਟਾਉਣ ਦਾ ਸਮਾਂ ਸੀ, ਉੱਥੇ ਕੀਮਤਾਂ ਵਧਾਈਆਂ। ਜਿੱਥੇ ਤੁਹਾਡੀ ਜੇਬ 'ਚ ਪੈਸੇ ਪਾਉਣ ਦਾ ਸਮਾਂ ਸੀ, ਤੁਹਾਡੀ ਜੇਬ ਕੱਟਣ ਦਾ ਕੰਮ ਕੀਤਾ। ਦੂਜੀ ਗੱਲ, ਚਾਹੇ ਮੈਂ ਜ਼ਿੰਮੇਦਾਰ ਵਿਪਕਸ਼ੀ ਵਿਰੋਧੀ ਦਲ, ਇਹ ਗੱਲ ਮੇਰੀ ਪਾਰਟੀ ਤੇ ਵੀ ਲਾਗੂ ਹੁੰਦੀ ਹੈ, ਪੰਜਾਬ 'ਤੇ ਵੀ ਲਾਗੂ ਹੁੰਦੀ ਹੈ, ਸੈਂਟਰ ਲੈਵਲ ਤੇ ਵੀ ਹੁੰਦੀ ਹੈ। ਕਰੋਨਾ ਵਾਇਰਸ ਨੇ ਇੱਕ ਗੱਲ ਸਾਬਿਤ ਕਰਤੀ ਹੈ ਕਿ ਹਿੰਦੁਸਤਾਨ ਨੂੰ ਆਉਣ ਵਾਲੇ ਸਮੇਂ 'ਚ, ਫਿਊਚਰ 'ਚ, ਪੰਜਾਬ ਨੂੰ ਤੇ ਸੈਂਟਰ ਨੂੰ ਵੀ ਹੈਲਥ ਇਨਫਰਾਸਟ੍ਰਕਚਰ 'ਚ ਵਾਧੂ ਤੋਂ ਵਾਧੂ ਪੈਸਾ ਲਾਉਣ ਦੀ ਲੋੜ ਹੈ। ਇੰਨੇ ਵੱਡੀ ਬਿਮਾਰੀ ਨੂੰ ਸਹਿਣ ਦੀ, ਸਾਹਮਣਾ ਕਰਨ ਦੀ, ਲੜਨ ਦੀ ਸਾਡੇ ਕੋਲ ਹੈਲਥ ਇਨਫਰਾਸਟ੍ਰਕਚਰ ਨਹੀਂ ਸੀ। ਤੁਸੀਂ ਹੁਣ ਜੇ ਸੀਗਾ ਜੀ ਸੈਟਿਸਫਾਈਡ ਹੈ, ਦੋ ਮੇਨ ਗੱਲਾਂ। ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੇ ਲੋਕਡਾਊਨ 'ਚ ਇਵੈਂਟ ਮੈਨੇਜਮੈਂਟ, ਸਟੰਟ ਮੈਨੇਜਮੈਂਟ ਤੇ ਜ਼ਿਆਦਾ ਧਿਆਨ ਦਿੱਤਾ ਹੈ, ਕ੍ਰਾਈਸਿਸ ਮੈਨੇਜਮੈਂਟ ਤੇ ਘੱਟ ਦਿੱਤਾ। ਸਿੱਧਾ ਮੇਰਾ ਦਾਵਾ ਹੈ, ਅਗਰ ਤੁਸੀਂ 4 ਦਿਨ ਤਾਲੀ, ਥਾਲੀ ਤੇ ਦੀਆ ਬਾਲਣ ਨੂੰ ਦੇ ਸਕਦੇ ਹੋ ਤੇ ਦੇਸ਼ ਦੀ 135 ਕਰੋੜ ਜਨਤਾ ਨੂੰ ਅੰਦਰ ਤਾੜਨ ਲਈ ਸਿਰਫ 3 ਘੰਟੇ ਦਾ ਨੋਟਿਸ ਕਿਉਂ ਦਿੱਤਾ? ਬੁਰੇ ਉਦਾਹਰਣ ਅੱਛੀ ਸੀਖ ਹੁੰਦੇ ਆ। ਡੀਮੋਨੇਟਾਈਜੇਸ਼ਨ ਬੁਰਾ ਉਦਾਹਰਣ ਸੀ ਕਿ ਬਿਨਾਂ ਪਲੈਨਿੰਗ ਦੇ ਕੰਮ ਨਹੀਂ ਕਰਨਾ ਚਾਹੀਦਾ। ਉਹ ਤੋਂ ਕੋਈ ਸੀਖ ਨਹੀਂ ਲਿੱਤੀ ਗਈ। ਉਦੋਂ ਲਾਈਨਾਂ 'ਚ 100 ਤੋਂ ਜ਼ਿਆਦਾ ਲੋਕ ਮਰ ਗਏ। ਹੁਣ ਇਹਨਾਂ ਦੀ ਬੁਰੀ ਪਲੈਨਿੰਗ ਤੇ ਚੱਲ ਕੇ ਅੱਜ ਵੀ 15, ਜਦੋਂ ਤੁਸੀਂ ਤੇ ਮੈਂ ਗੱਲ ਕਰ ਰਹੇ ਹੋ, 15 ਮਜ਼ਦੂਰ ਟ੍ਰੇਨ ਦੇ ਹੇਠਾਂ ਆ ਕੇ ਮਰ ਗਏ। 42 ਮਜ਼ਦੂਰ 24 ਮਾਰਚ ਤੋਂ ਲੈ ਕੇ 23 ਮਈ ਤੱਕ ਮਰ ਗਏ। ਦੂਜਾ ਜਿਹੜਾ ਆਰਥਿਕ ਮੰਦੀ ਦਾ ਗੱਲ ਹੈ, ਤੁਸੀਂ 1,70,000 ਕਰੋੜ ਦਾ ਪੈਕੇਜ ਦਿੱਤਾ ਸਰ। ਉਹ ਹਿੰਦੀ ਕੀ ਕਹਾਵਤ ਹੈ, ਊਂਟ ਕੇ ਮੂੰਹ ਮੇਂ ਜੀਰਾ ਦੇਣਾ। ਇਹਦਾ ਜੀਰਾ ਵੀ ਨਹੀਂ ਸੀ। ਕਮ ਸੇ ਕਮ 5 ਤੋਂ 6% GDP ਦਾ ਦੇਣਾ ਚਾਹੀਦਾ ਸਰ। ਦੂਜਾ, ਜਲੰਧਰ ਆਪਾਂ ਬੈਠੇ, ਇੱਥੇ ਵੀ ਇੰਡਸਟਰੀ ਹੈ। ਸਰਕਾਰ ਨੇ ਸਾਰੀ ਜ਼ਿੰਮੇਦਾਰੀ ਜਨਤਾ ਤੇ ਪਾਤੀ। ਫੈਕਟਰੀ ਵਾਲਾ ਆਪਣੇ ਮੁਲਾਜ਼ਮ ਨੂੰ ਤਨਖਾਹ ਦੇ, ਸਟੇਟ ਦੀ ਗਵਰਨਮੈਂਟ ਸਟੇਟ ਚਲਾਏ, ਬੈਂਕ ਆਪਣੇ ਇੰਟਰਸਟ ਨਹੀਂ ਛੱਡੂਗਾ, ਅਸੀਂ EMI ਭਰਦੇ ਰਹੀਏ, ਇੰਟਰਸਟ ਮਾਫ ਨਹੀਂ ਹੋਊਗਾ। ਮਾਈਗ੍ਰੈਂਟ ਆਪਣੀ ਟਿਕਟ ਆਪ ਖਰੀਦੇ, ਵਲੈਤ 'ਚ ਫਸਿਆ ਪੰਜਾਬੀ ਆਪਣੀ ਟਿਕਟ ਆਪ ਖਰਚ ਕੇ ਆਵੇ, ਮਾਲਦੀਵ 'ਚ ਫਸਿਆ ਸਮੁੰਦਰੀ ਜਹਾਜ਼ 'ਚ ਆਪ ਪੈਸੇ ਦੇ ਕੇ ਆਵੇ। ਤੇ ਕੇਂਦਰ ਸਰਕਾਰ ਕੀ ਸਿਰਫ ਤਾਲੀਆਂ ਥਾਲੀਆਂ ਤੇ ਦੀਏ ਬਾਲਣ ਨੂੰ ਲੱਗੀ ਹੋਈ ਹੈ?
ਤੇ ਸਰਕਾਰ ਨੇ ਕੀ ਕਹਿੰਦੇ ਰਾਮ ਭਰੋਸੇ, ਭਗਵਾਨ ਭਰੋਸੇ, ਵਾਹਿਗੁਰੂ ਭਰੋਸੇ ਛੱਡਤਾ ਦੇਸ਼ ਦੀ ਜਨਤਾ। ਮੈਡੀਕਲ ਢਾਂਚੇ ਦੀ ਗੱਲ ਕਰਦੇ ਆ, ਕੋਈ ਰਾਜਨੀਤੀ ਦੀ ਗੱਲ ਨਹੀਂ। 22 ਫਰਵਰੀ 2020 ਨੂੰ WHO ਨੇ ਚਿੱਠੀ ਲਿਖਤੀ ਸੀ ਹਰ ਦੇਸ਼ ਨੂੰ ਕਿ PPE ਕਿੱਟ ਦੀ ਮੈਨੂਫੈਕਚਰਿੰਗ ਸ਼ੁਰੂ ਕਰ ਦਿਓ, ਟੈਸਟ ਕਿੱਟ ਦੀ ਸੰਭਾਲਣੀ ਸ਼ੁਰੂ ਕਰ ਦਿਓ। 22 ਫਰਵਰੀ ਤੋਂ ਲੈ ਕੇ 22 ਮਾਰਚ ਤੱਕ ਸਰਕਾਰ ਸੁੱਤੀ ਰਹੀ, ਕੁੰਭਕਰਨ ਦੀ ਨੀਂਦ। 22 ਮਾਰਚ ਨੂੰ ਪਹਿਲੀ ਵਾਰ ਚਿੱਠੀ ਲਿਖੀ PPE ਕਿੱਟ ਬਣਾਉਣ ਦੀ। ਤੁਸੀਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੰਡੀਅਨ 에ਅਰਫੋਰਸ ਦੇ ਜਹਾਜ਼ ਚਲਾਤੇ, ਸਹੀ ਗੱਲ ਕੀਤੀ, ਹਰ ਉਸ ਕਰੋਨਾ ਵਾਇਰਸ ਦਾ ਜਿਹੜਾ ਡਾਕਟਰ ਲੜਾਈ ਲੜਾਇਆ ਉਹਦਾ ਇੱਜ਼ਤ ਕਰਨ ਨੂੰ। ਪਰ ਕੀ ਕੇਂਦਰ ਸਰਕਾਰ ਦਾਅਵੇ ਨਾਲ ਕਹਿ ਸਕਦੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਡਾਕਟਰ ਕੋਲ PPE ਕਿੱਟ, ਟੈਸਟ ਕਿੱਟ ਹੈ? ਪੰਚਕੂਲਾ ਦੀ ਇੱਕ ਨਰਸ ਰੋਜ਼ ਲਫਾਫਾ ਪਾ ਕੇ ਤੇ ਰੇਨਕੋਟ ਪਾ ਕੇ ਹਸਪਤਾਲ ਜਾਂਦੀ ਟੈਸਟ ਕਰਨ। ਤੇ ਜਿੱਦਾਂ ਮੈਂ ਕਿਹਾ ਕਿ ਭਾਜਪਾ ਕੇਂਦਰ ਸਰਕਾਰ ਇੱਕ ਈਸਟ ਇੰਡੀਆ ਕੰਪਨੀ ਬਣ ਗਈ। ਇਹਨਾਂ ਨੇ ਪੈਟਰੋਲ ਦੀ ਕੀਮਤਾਂ ਵਧਾਈਆਂ, ਡੀਜ਼ਲ ਦੀ ਕੀਮਤਾਂ ਵਧਾਈਆਂ, 433% ਡੀਜ਼ਲ ਐਕਸਾਈਜ਼ ਵੱਧ ਗਿਆ ਜਦ ਤੋਂ ਸਰਕਾਰ ਆਈ। ਇਹਨਾਂ ਨੇ ਛੋਟੀ ਬਚਤ ਸਕੀਮਾਂ, ਜਿਹੜਾ ਤੁਸੀਂ ਕਿਸਾਨ ਪੱਤਰ ਯੋਜਨਾ, ਜਿਹੜੀ ਤੁਸੀਂ PPF ਫੰਡ ਪਾਉਂਦੇ ਹੋ, ਉਹਦੇ ਇੰਟਰਸਟ ਕੱਟਦੇ। SBI 'ਚ 44 ਕਰੋੜ ਖਾਤਾ ਧਾਰਕ ਹੈਗੇ ਆ, ਸੇਵਿੰਗ ਅਕਾਊਂਟ ਹੋਲਡਰ। 44 ਕਰੋੜ ਖਾਤਾ ਧਾਰਕਾਂ ਦੇ SBI ਨੇ ਸੇਵਿੰਗ ਰੇਟ ਘਟਾ ਕੇ 3.25% ਤੋਂ 2.75% ਕਰਤੇ, ਜਿਸ ਤੋਂ ਸਰਕਾਰ ਨੂੰ 26,000 ਕਰੋੜ ਰੁਪਏ ਦਾ ਫਾਇਦਾ ਹੋਣਾ। ਪੈਟਰੋਲ ਦੀ ਕੀਮਤਾਂ ਵਧਾ ਕੇ ਇਸ ਸਾਲ 45,000 ਕਰੋੜ ਦਾ ਫਾਇਦਾ ਹੋਣਾ। ਟ੍ਰੇਨ ਦੀ ਟਿਕਟਾਂ, ਇਹ ਕੋਈ ਸਮਾਂ ਸੀ ਲੁੱਟਣ ਦਾ, ਟ੍ਰੇਨ ਦੀ ਟਿਕਟਾਂ ਲੈਣ ਦਾ? ਮੈਂ ਜਿੱਦਾਂ ਕਿਹਾ, ਅਗਰ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਸਹਿਣ ਦੀ ਜਿਹੜੀ ਸੁਰੱਖਿਆ ਕਵਚ ਸਾਡਾ ਹੈਲਥ ਇਨਫਰਾਸਟ੍ਰਕਚਰ ਸੀ, ਜਿਹੜੀ ਆਮ ਆਦਮੀ ਦੀ ਸਹਿਨਸ਼ੀਲਤਾ, ਆਤਮ ਸ਼ਕਤੀ ਸੀ ਕਿ ਉਹਦੇ ਘਰ ਦਾ ਜਿਹੜੀ ਗੋਲਕ ਹੈਗੀ ਹੈ, ਉਹਦਾ ਘਰ ਦੀ ਜਿਹੜੀ ਰਸੋਈ ਹੈ ਉਹ ਸੁਰੱਖਿਅਤ ਰਹੇ, ਉਹਨਾਂ ਤੋਂ ਬਚਾਉਣ ਦੀ ਬਜਾਏ ਤੁਸੀਂ ਤਾਂ ਬਿਲਕੁਲ ਡਾਕੇ ਪਾ ਰਹੇ ਹੋ। ਤੇ ਬਿਲਕੁਲ ਮੈਂ ਸੈਟੀਸਫਾਈਡ ਨਹੀਂ ਹੈ ਕੇਂਦਰ ਸਰਕਾਰ ਤੋਂ, ਕਾਂਗਰਸ ਪਾਰਟੀ। ਨਹੀਂ, ਦੈਟਸ ਲਾਈਕ ਅ ਲੀਡਰ। ਉਹ ਇਹ ਤੁਸੀਂ ਬਿਲਕੁਲ ਪੋਲੀਟੀਸ਼ੀਅਨ ਵਾਲੀ ਗੱਲ ਕੀਤੀ, ਬਟ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਉਹ ਵਧਾਇਆ ਗਿਆ ਇਸ ਮਹਾਮਾਰੀ ਦੇ ਵਿਚਕਾਰ। ਇੱਕੋ ਦਮ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਦੇਣੇ ਬਹੁਤ ਗਲਤ ਹੈ। ਲੋਕਾਂ ਤੇ ਬੜਾ ਅਸਰ ਪਿਆ। ਲੋਕ ਪਹਿਲਾਂ ਪਰੇਸ਼ਾਨ ਆ, ਉਹਨਾਂ ਦੀ ਜੇਬ 'ਚ ਹੋਰ ਪੈਸਾ ਕੱਢਣਾ ਹੈ। ਪਰ ਇਹ ਕੰਮ ਪੰਜਾਬ ਸਰਕਾਰ ਨੇ ਵੀ ਕੀਤਾ ਜਾਵੇ। ਬਿਲਕੁਲ, ਤੁਸੀਂ ਪਹਿਲਾਂ ਕਿਹਾ ਕਿ ਯੂ ਆਰ ਟਾਕਿੰਗ ਲਾਈਕ ਅ ਪੋਲੀਟੀਸ਼ੀਅਨ। ਇੱਕ ਦੇਖੋ, ਮੈਂ ਕਹਿੰਦਾ ਕਿ ਇੱਕ ਤੁਹਾਡੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ, ਜਦ ਤੋਂ ਬਾਲੀਵੁੱਡ ਦੀ ਪਿਕਚਰਾਂ ਬਣੀ 1950 1960 ਤੋਂ ਲੈ ਕੇ ਹਰ ਵਿਲਨ ਦਾ ਰੋਲ ਪੋਲੀਟੀਸ਼ੀਅਨ ਨੂੰ ਦਿਖਾਇਆ ਗਿਆ। ਤੇ ਪਰ ਅਗਰ ਦੇਸ਼ ਹਿੱਤ 'ਚ ਆਵਾਜ਼ ਚੱਕਣੀ, ਮੌਜੂਦਾ ਸਰਕਾਰਾਂ ਨੂੰ ਕੁਐਸਚਨ ਪੁੱਛਣੇ ਰਾਜਨੀਤੀ ਹੈ, ਤੇ ਉਹ ਤਾਂ ਸਾਡਾ ਕੰਮ ਹੈ। ਉਹ ਪ੍ਰਸ਼ਨ ਪੁੱਛਣ ਨੂੰ ਰਾਜਨੀਤੀ ਕਹਿਣਾ ਹੈ, ਤੇ ਮੈਨੂੰ ਫਖਰ ਹੈ ਕਿ ਅਸੀਂ ਇਦਾਂ ਦੀ ਰਾਜਨੀਤੀ ਕਰੀ ਦੀ ਹੈ। ਨਹੀਂ ਕਰਨੀ ਚਾਹੀਦੀ, ਬਟ ਟਾਕ ਟੂ CM ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਪੈਟਰੋਲ ਤੇ ਡੀਜ਼ਲ ਤੇ ਵੈਟ ਲਾਤਾ ਨਾ। ਬਿਲਕੁਲ। ਦੂਜੀ ਗੱਲ, ਉਹਨਾਂ ਨੇ ਵੀ 7 ਤੋਂ 10 ਰੁਪਏ ਵਧਾਤੇ। ਤੁਹਾਨੂੰ ਮੈਂ ਦੂਜਾ ਕੁਐਸਚਨ ਚੱਕਦਾ। ਅੱਜ ਪੰਜਾਬ ਰੈਵਨਿਊ ਬਜਟ, ਅਗਰ ਮੇਰੇ ਸੂਚੀ ਤੇ ਮੇਰੀ ਪੜ੍ਹਾਈ ਠੀਕ ਹੈ, ਸਨ 2020 ਤੇ 21 ਚ 88,000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਰੈਵਨਿਊ ਬਜਟ ਹੈ ਬਿਨਾਂ ਲੋਨ ਲਿੱਤੇ ਹੋਏ, ਜਿਹੜਾ ਰੈਵਨਿਊ ਬਜਟ ਹੈ। ਪੰਜਾਬ ਸਿਰਫ ਅੱਜ 3 ਰੈਵਨਿਊ ਸਟਰੀਮ ਤੋਂ ਕਮਾਉਂਦਾ ਹੈ। SGST ਜਿਹੜਾ ਸਟੇਟ GST ਹੈ, ਸੈਂਟਰਲ GST ਹੈ, ਤੇ ਪੈਟਰੋਲ ਡੀਜ਼ਲ ਦਾ ਵੈਟ ਰੈਵਨਿਊ ਹੈ। ਪੂਰੀ ਪੈਟਰੋਲ ਦੀ ਡੀਜ਼ਲ ਦੇ ਢਾਂਚੇ ਵਿੱਚ 69% ਟੈਕਸੇਸ਼ਨ, ਜਿਹੜੀ 69% ਟੈਕਸੇਸ਼ਨ ਹੈ ਉਹ ਕੇਂਦਰ ਸਰਕਾਰ ਨੂੰ ਜਾਂਦੀ ਹੈ। ਸਟੇਟਾਂ ਨੂੰ ਤਾਂ ਬਹੁਤ ਹੀ ਥੋੜੀ ਜਿਹੀ ਆਉਂਦੀ ਹੈ। ਤੇ ਅਗਰ ਸਟੇਟ ਉਹ ਵੀ ਵੈਟ ਛੱਡ ਦੇ ਤੇ ਕਮਾਈਆਂ ਕਿੱਥੋਂ ਹੋਣੀਆਂ? ਅੱਜ 5,000 ਕਰੋੜ ਰੁਪਇਆ ਸੈਂਟਰਲ ਸਾਡਾ GST ਦਾ ਬਕਾਇਆ ਨਹੀਂ ਦਿੱਤਾ ਗਿਆ। ਤੁਸੀਂ ਕਹਿੰਦੇ ਹੋ ਅੱਜ ਵੈਟ ਜਿਹੜਾ ਕੀਮਤਾਂ, ਅਸੀਂ ਤਾਂ ਅੱਜ ਵੀ ਮੰਗ ਕਰਦੇ ਹਾਂ ਵੈਟ ਲੱਗਦਾ। ਅਗਰ 100 ਰੁਪਏ ਦਾ ਪੈਟਰੋਲ ਆ ਉੱਤੇ ਵੈਟ ਲੱਗੂਗਾ। ਤੁਸੀਂ ਕੱਲ ਨੂੰ 30 ਰੁਪਏ ਦਾ ਪੈਟਰੋਲ ਕਰ ਦੋ, ਪੰਜਾਬ ਉੱਤੇ ਵੈਟ ਲਾ ਲੂਗੀ। ਮੇਰਾ ਪ੍ਰਸ਼ਨ ਸਿੱਧਾ ਸਾਦਾ, ਇੱਕ ਕਹਿੰਦੇ ਹੈ ਹਮ ਸਾਥ ਸਾਥ ਹੈ ਔਰ ਮੁਸ਼ਕਿਲ ਸਮੇਂ में हम आपके हैं कौन। 2014 ਮੋਦੀ ਸਰਕਾਰ ਨੇ ਕਿਹਾ ਸੀ ਪੈਟਰੋਲ ਦੇ ਬੈਰਲ ਦਾ ਦਾਮ ਸੀ $108। ਉਦੋਂ ਮੋਦੀ ਸਰਕਾਰ ਕਹਿੰਦੀ ਸੀ ਹਮ ਸਾਥ ਸਾਥ ਹੈ, ਇਹਨਾਂ ਨੂੰ $108 ਬੈਰਲ ਤੇ 70 ਰੁਪਏ ਦੇ ਪੈਟਰੋਲ ਵਿਕ ਰਿਹਾ। ਅੱਜ ਬੈਰਲ ਪ੍ਰਾਈਸ $20 ਤੋਂ ਥੱਲੇ ਆ ਗਈ ਹੈ, ਫਿਰ ਵੀ ਪੈਟਰੋਲ 70 ਰੁਪਏ ਤੇ ਵਿਕ ਰਿਹਾ। ਮੈਂ ਤਾਂ ਕਹਿਣਾ ਜ਼ਿੰਮੇਦਾਰ ਬੁਲਾਰਾ ਹੋਣ ਕਰਕੇ ਕੱਲ ਨੂੰ ਸਰਕਾਰ, ਮੋਦੀ ਸਰਕਾਰ 2004 ਦੇ ਕੀਮਤਾਂ ਤੇ 35 ਰੁਪਏ ਦੇ ਪੈਟਰੋਲ ਵੇਚੇ, ਪੰਜਾਬ ਉੱਤੇ ਵੈਟ ਲਾ ਲੂਗਾ। ਵੈਟ ਪਰਸੈਂਟੇਜ ਲੱਗਦਾ ਕੀਮਤ ਤੇ, ਤੁਸੀਂ ਕੀਮਤਾਂ ਘਟਾ ਦਿਓ ਵੈਟ ਉੱਤੇ ਲੱਗੂ। ਹਾਂ, ਇਹ ਨਹੀਂ ਕਿ ਤੁਸੀਂ ਸਾਡਾ ਗਲਾ ਵੀ ਘੋਟੋ, ਸਾਡੀ ਆਕਸੀਜਨ ਵੀ ਨਾ ਦਿਓ, ਫਿਰ ਤੁਸੀਂ ਕਿ ਜਿਹੜਾ ਮਾੜਾ ਮੋਟਾ ਅਸੀਂ ਚੱਲ ਰਹੇ ਉਹ ਵੀ ਨਾ ਚੱਲ ਪਾਈਏ। ਮੈਂ ਤਾਂ ਤੁਹਾਡੇ ਇਸ ਜ਼ਿੰਮੇਦਾਰ, ਇਸ ਰਿਪਿਊਟਡ ਜਗਬਾਣੀ ਚੈਨਲ ਤੇ ਕਹਿਣਾ ਹੈ, ਕੱਲ ਨੂੰ
ਕੇਂਦਰ ਸਰਕਾਰ ਕਰਦੇ 35 ਰੁਪਏ 40 ਰੁਪਏ ਪੈਟਰੋਲ, ਲੋਕ ਕਹਿ ਦੋ ਕੋਈ ਪੰਜਾਬ ਦਾ ਪੋਲੀਟੀਸ਼ੀਅਨ ਕਾਂਗਰਸ ਦਾ ਖਾਰ ਕਰਕੇ ਉਹਦੀ ਆਬਜੈਕਸ਼ਨ ਕਰ ਦਿਓ। ਠੀਕ ਹੈ। ਅੱਛਾ, ਇਸ ਤੋਂ ਇਲਾਵਾ ਜੇ ਹੁਣ ਨੈਸ਼ਨਲ ਲੈਵਲ ਤੇ ਮੈਂ ਥੋੜਾ ਜਾਵਾਂ, ਇਕਨੋਮੀ ਦਾ ਬਹੁਤ ਬੁਰਾ ਹਾਲ ਅਸੀਂ ਦੇਖ ਰਹੇ ਹਾਂ ਚਾਰੇ ਪਾਸਿਓਂ, ਚਾਹੇ ਉਹ IMF ਹੈ, ਚਾਹੇ ਵਰਲਡ ਬੈਂਕ ਹੈ, ਸਾਰੇ ਰੇਟਿੰਗਸ ਘਟਾਉਣ ਜਾ ਰਹੇ ਹੈ। ਵੈਸੇ ਵੀ ਸਭ ਨੂੰ ਹੁਣ ਦਿਖ ਰਿਹਾ, ਪਰਸੈਪਸ਼ਨ ਇੱਕ ਸਾਹਮਣੇ ਹੈ ਕਿ ਇਕਨੋਮੀ ਦਾ ਬੁਰਾ ਹਾਲ, ਮੰਦਾ ਹਾਲ ਹੋਣ ਵਾਲਾ ਹੈ। ਤੁਹਾਡੇ ਹਿਸਾਬ ਦੇ ਨਾਲ ਸਰਕਾਰ ਦੇ ਕੋਲ ਇਸ ਵਕਤ ਕਰਨ ਦੇ ਲਈ ਕੀ ਹੈ? ਕਿਉਂਕਿ ਇਕਨੋਮੀ ਦਾ ਇਸ ਕਦਰ ਬੁਰਾ ਹਾਲ ਹੈ ਕਿ ਇੱਕ ਪਾਸੇ ਧਨਾੜ ਲੋਕਾਂ ਦੇ ਪੈਸੇ ਫਿਰ ਮਾਫ ਕੀਤੇ ਜਾ ਰਹੇ ਹੈ, ਔਰ ਜਿਹੜੀ EMI ਸੀਗੀ ਉਹਦੇ ਨਾਂ ਤੇ ਸਿਰਫ ਇਹ ਕਹਿਤਾ ਗਿਆ ਕਿ ਡੈਫਰ ਕੀਤੀ ਗਈ ਹੈ, ਵਿਆਜ ਇਹਦਾ ਤੁਹਾਨੂੰ ਲੱਗੂਗਾ, ਐਂਡ ਤੇ ਜਾ ਕੇ 2 ਕਿਸ਼ਤਾਂ ਐਕਸਟਰਾ ਮਿਲਣਗੀਆਂ, ਭਰਨੀਆਂ ਪੈਣਗੀਆਂ। ਦੇਖੋ, ਪਹਿਲੀ ਗੱਲ ਕਹਿੰਦੇ ਆ ਨੀਅਤ ਤੇ ਨੀਤੀ ਇੱਕ ਸਰਕਾਰ ਦੇ ਜਿਹੜਾ ਚਰਿੱਤਰ ਹੁੰਦੀ ਹੈ ਉਹ ਦਰਸਾਉਂਦੀ ਹੈ। ਡਾਕਟਰ ਮਨਮੋਹਨ ਸਿੰਘ ਇਕਨੋਮੀ ਨੂੰ ਇੱਕ ਡਾਕਟਰ ਦੀ ਤਰ੍ਹਾਂ ਉਹਨੂੰ ਸਮਝਦੇ ਸੀ ਤੇ ਇਲਾਜ ਕਰਦੇ ਸੀ। ਮੋਦੀ ਸਰਕਾਰ ਇਕਨੋਮੀ ਨੂੰ ਇੱਕ ਸਰਕਸ ਦੀ ਤਰ੍ਹਾਂ ਚਲਾਉਂਦੀ ਹੈ, ਜਿੱਥੇ ਕੁਝ ਸਮਝ ਨਹੀਂ ਆਉਂਦੀ, ਇੱਕ ਐਂਟਰਟੇਨਮੈਂਟ ਕਿ ਮਨੋਰੰਜਨ ਦਾ ਸਾਧਨ ਹੈ, ਜੋ ਇਹਨਾਂ ਦਾ ਮਨ ਕੀਤਾ ਉੱਦਾਂ ਛਾਲ ਮਾਰ ਲੈਂਦੇ, ਉਲਟਬਾਜ਼ੀਆਂ ਕਰ ਲੈਂਦੇ ਬਿਨਾਂ ਸਲਾਹ ਸੋਚੇ। ਕਹਿੰਦੇ ਸਰਕਾरों को सोच के समझ के निर्णय लेने चाहिए। भाजपा सरकार बिना सोचे समझे फैसले ले लेती है। ਹੁਣ ਤੁਸੀਂ ਮੈਨੂੰ ਫੈਕਟਸ ਤੇ ਗੱਲ ਪੁੱਛੀ ਕਿ ਕੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜਾ ਮੈਂ ਕਹਿੰਦਾ ਦੋਗਲਾ ਰਵੱਈਆ, ਲਿਫਾਫੇਬਾਜ਼ੀ, ਲਾਪਰਵਾਹੀ, ਉਹਦਾ ਪਰਦਾਫਾਸ਼ ਹੋਇਆ। ਕਿੱਦਾਂ? ਜਿੱਦਾਂ ਤੁਸੀਂ ਆਂਕੜੇ ਗਏ 5 ਟ੍ਰਿਲੀਅਨ ਡਾਲਰ ਇਕਨੋਮੀ ਦਾ ਤੁਸੀਂ ਗੋਲ ਕੀਤਾ। ਅਸੀਂ ਖੜਾ ਕਰਦਾ ਜੀ, ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਗੋਲ ਕੀਤਾ। ਤੁਸੀਂ 5 ਟ੍ਰਿਲੀਅਨ ਦਾ ਛੱਡੋ, 6 ਟ੍ਰਿਲੀਅਨ ਇੰਡੀਅਨ ਰੁਪਏ ਉਹ ਤੁਸੀਂ ਕਰਜ਼ੇ ਬੈਂਕਾਂ ਨੇ ਮਾਫ ਕਰਤੇ। ਲੌਕਡਾਊਨ ਦੇ ਦੌਰਾਨ RTI ਰਾਹੀਂ ਦੱਸਿਆ ਕਿ 70,000 ਕਰੋੜ ਰੁਪਈਆ, ਤਕਰੀਬਨ 68,000 ਕਰੋੜ ਸਪੈਸੀਫਿਕ, ਤੁਸੀਂ ਰਾਈਟ ਆਫ ਕਰਤਾ ਲੋਨ। ਉਹ ਗਰੀਬ ਮਜ਼ਦੂਰ ਨੂੰ ਮਦਦ ਕਰਨ ਲਈ ਸਿਰਫ 65,000 ਕਰੋੜ ਰੁਪਈਆ ਚਾਹੀਦਾ ਸੀ, ਤੁਸੀਂ ਉਹ ਨਹੀਂ ਦਿੱਤਾ, ਪਰ ਉਹਨਾਂ ਦੇ ਲੋਨ 78,000 ਕਰੋੜ ਰੁਪਈਆ। ਜਿੱਦਾਂ ਇੰਗਲਿਸ਼ ਕਹਿੰਦੇ, BJP ਇਜ਼ ਅ ਫਰੈਂਡ ਆਫ ਕੌਨ ਮੈਨ, ਨਾਟ ਕਾਮਨ ਮੈਨ। ਇਹ ਕੌਨ ਮੈਨ ਦੀ ਸਰਕਾਰ ਹੈ, ਕਾਮਨ ਮੈਨ ਦੀ ਸਰਕਾਰ ਨਹੀਂ ਹੈ। ਦੂਜੀ ਗੱਲ, ਤੁਸੀਂ ਜਿੱਦਾਂ ਕਿਹਾ ਨਿਆਏ ਸਕੀਮ 7500 ਰੁਪਈਆ ਹਰ ਜਨਧਨ ਅਕਾਊਂਟ ਹੋਲਡਰ ਦੇ ਜੇਬ 'ਚ ਪਾਉਣਾ ਚਾਹੀਦਾ ਸੀ। ਤੀਜੀ ਗੱਲ, ਅਗਰ ਤੁਸੀਂ 1 ਲੱਖ, ਕਿਹੜਾ ਦੇਸ਼ ਹੈ, ਤੁਸੀਂ ਸਿੰਗਾਪੁਰ ਚੱਕ ਲਓ, ਉਹਨਾਂ ਦੀ ਪਰ ਕੈਪੀਟਲ ਇਨਕਮ ਦੀ ਮੈਂ ਤੁਲਨਾ ਨਹੀਂ ਕਰਦਾ, ਇੰਗਲੈਂਡ ਚੱਕ ਲਓ, ਵਿਲਾਇਤ ਚੱਕ ਲਓ, ਜਿੰਨੀ ਹੈ ਗੰਭੀਰ ਬਿਮਾਰੀ ਹੈ, ਸਭ ਨੇ 5-5, 6-6, 10-10% ਆਪਣੀ GDP ਦਾ ਖਰਚਾ, ਅਸੀਂ ਸਿਰਫ 1% ਵੀ ਮੁਸ਼ਕਿਲ ਨਾਲ ਨਹੀਂ ਖਰਚਿਆ। ਤੁਸੀਂ EMI ਦਾ, ਜਿੱਦਾਂ ਤੁਸੀਂ ਕਿਹਾ, EMI ਦਾ ਕਰਜ਼ਾ ਨਹੀਂ ਮਾਫ ਕੀਤਾ, ਪਰ ਉਹਨਾਂ ਨੂੰ ਕਿਹਾ 3 ਮਹੀਨੇ ਬਾਅਦ ਦੇ ਦਿਓ, ਕਰਜ਼ੇ ਤੇ ਕਰਜ਼ਾ ਮੈਨੂੰ ਦੇਣਾ ਪਊਗਾ। ਹਿੰਦੀ ਦੀ ਪਿਕਚਰ ਆਈ ਸੀ ਲਗਾਨ, ਆਮਿਰ ਖਾਨ ਨੇ ਉਹ ਐਕਟਿੰਗ ਕੀਤੀ ਸੀ। ਜਿਹੜੇ ਗੋਰਿਆਂ ਦੀ ਸਰਕਾਰ, ਚਾਹੇ ਪਿੰਡ 'ਚ ਸੁੱਕਾ ਹੋਵੇ, ਚਾਹੇ ਮੀਂਹ ਪੈਂਦਾ ਹੋਵੇ, ਚਾਹੇ ਫਲੱਡ ਆਏ, ਚਾਹੇ ਬਿਮਾਰੀ ਆਏ, ਚਾਹੇ ਕੋਲਰਾ ਆਇਆ ਹੋਵੇ, ਉਹਨਾਂ ਨੇ ਆਪਣਾ ਲਗਾਨ ਲੈ ਲੈਣਾ, ਜਦੋਂ ਔਰੰਗਜ਼ੇਬ ਜਜ਼ੀਆ ਲੈ ਲੈਂਦਾ ਸੀ। ਭਾਜਪਾ ਸਰਕਾਰ ਤਾਂ ਜਜ਼ੀਆ ਵੀ ਲੈ ਰਹੀ ਹੈ ਔਰੰਗਜ਼ੇਬ ਦੀ ਤਰ੍ਹਾਂ, ਤੇ ਗੋਰਿਆਂ ਦੀ ਸਰਕਾਰ ਦੀ ਤਰ੍ਹਾਂ ਲਗਾਨ ਵੀ ਲੈ ਰਹੀ ਹੈ ਇਸ ਮਹਾਮਾਰੀ ਨੂੰ ਦੇਖਦੇ ਹੋਏ। ਤੀਜੀ ਗੱਲ, ਤੁਸੀਂ MSME, ਛੋਟਾ ਵਪਾਰੀ, ਇਸ ਪੂਰੇ ਦੇਸ਼ ਵਿੱਚ 6 ਕਰੋੜ MSME ਫੈਕਟਰੀਆਂ ਲੱਗਦੀਆਂ, ਮੀਡੀਅਮ ਸਕੇਲ ਇੰਡਸਟਰੀਜ਼, ਜੋ 11 ਕਰੋੜ ਲੋਕਾਂ ਨੂੰ ਨੌਕਰੀਆਂ ਦਿੰਦਾ। ਤੁਸੀਂ ਉਹਨਾਂ ਦੇ ਕਰਜ਼ੇ ਇੰਟਰਸਟ ਮਾਫ ਕਰ ਦਿੰਦੇ, ਤੁਸੀਂ ਉਹਨਾਂ ਦੇ ਜਿਹੜੇ ਰਿਫੰਡਸ ਹੈ ਉਹਨਾਂ ਨੂੰ ਐਕਸਪੀਡਾਈਟ ਕਰ ਦਿੰਦੇ, ਤੁਸੀਂ ਜਿਹੜੀ ਸਰਕਾਰ ਉਹਨਾਂ ਨੂੰ ਐਕਸਪੋਰਟ ਇੰਪੋਰਟ ਤੇ ਬੈਨੀਫਿਟ ਦਿੰਦੀ ਹੈ ਉਹ 'ਚ ਖੁਦ ਛੁੱਟ ਦਿੰਦੇ। ਤੁਸੀਂ ਕਹਿੰਦੇ ਸਰਕਾਰ ਉਹਨਾਂ ਦਾ 50% ਪੈਕੇਜ, ਜਿਹੜਾ ਵੇਜ ਪੈਕੇਜ ਹੈ, ਇੰਪਲੋਇਮੈਂਟ ਪ੍ਰੋਟੈਕਸ਼ਨ, ਉਹਨਾਂ ਦੀ ਜਿਹੜੀ ਮੁਲਾਜ਼ਮਾਂ ਦੀ ਤਨਖਾਹ ਉਹ ਦਊਗੀ। ਜਿਹੜੀ PPF, ESI, ਪ੍ਰੋਵੀਡੈਂਟ ਫੰਡ ਜਾਂ ਇੰਪਲੋਈ ਪ੍ਰੋਟੈਕਸ਼ਨ ਲਈ ਅਸੀਂ ਮਹੀਨੇ ਦੇ ਪੈਸੇ ਜਮ੍ਹਾਂ ਕਰਾਂਗੇ, ਉਹ ਸਰਕਾਰ ਦਊਗੀ। ਜਿੱਦਾਂ ਮੈਂ ਕਿਹਾ, ਤਾਲੀ ਥਾਲੀ ਦੀਏ ਬਾਲਣ ਨੂੰ ਜਨਤਾ ਤੇ ਜੇਬ ਕੱਟਣ ਨੂੰ ਸਰਕਾਰ, ਤੇ ਇਹ ਤਾਂ ਪੂਰੀ ਜੇਬ ਕੱਟਰੀ ਸਰਕਾਰ ਬਣੀ ਹੋਈ ਹੈ। ਸਿੱਧਾ ਅੱਜ ਇਹ ਨਹੀਂ ਚੱਲਣਾ। ਅਗਰ ਇਸ ਦੇਸ਼ ਦੀ ਆਰਥਿਕ ਰੇਲ ਗੱਡੀ ਨੂੰ ਪਟਰੀ ਤੇ ਵਾਪਸ ਲਿਆਣਾ ਹੈ, ਜਨਤਾ ਦੀ ਜੇਬ 'ਚ ਪੈਸੇ ਪਾਓ, ਪੈਟਰੋਲ ਡੀਜ਼ਲ। ਕਹਿੰਦੇ ਕਿ ਕਾਂਗਰਸ ਦੇ ਖਿਲਾਫ ਫਿਰ ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਹੈ ਕਿ ਕਾਂਗਰਸ ਐਂਟੀ ਨੈਸ਼ਨਲ ਹੋ ਜਾਂਦੀ ਹੈ ਜਦੋਂ ਵੀ ਦੇਸ਼ ਕਿਸੇ ਇੱਕ ਸੂਤਰ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਹੈ। ਮਤਲਬ ਜੇ ਦੇਸ਼ ਥਾਲੀ ਵਜਾ ਰਿਹਾ ਹੈ ਔਰ ਹੌਸਲਾ ਅਫਜ਼ਾਈ ਕਰ ਰਿਹਾ ਹੈ, ਤਾਂ ਕਾਂਗਰਸ ਨੂੰ ਕੀ ਦਿੱਕਤ ਹੈ ਕਿ ਫਿਰ ਥਾਲੀ ਨਹੀਂ ਵਜਾਉਣੀ? ਉਹ ਦੇਸ਼ ਤੋਂ ਅਲੱਗ ਹੋ ਕੇ ਕਿਉਂ ਚੱਲਦੀ ਹੈ? ਦਿਸ ਇਜ਼ ਦ ਨੈਰੇਟਿਵ ਜਿਹੜਾ BJP ਜਾਂ ਉਹਦੇ ਸਾਥੀ ਹੈ ਜਿਹੜੇ ਉਹ ਕਹਿੰਦੇ ਆ ਫਿਰ ਇਸ ਗੱਲ ਨੂੰ। ਜਿੱਦਾਂ ਮੈਂ ਸ਼ੁਰੂ 'ਚ ਗਿਆ, ਭਾਜਪਾ ਸਰਕਾਰ ਜਿਹੜੀ ਹੈ ਉਹ ਟੈਲੀਵਿਜ਼ਨ ਦੀ ਸਰਕਾਰ ਹੈ, ਵਿਜ਼ਨ ਦੀ ਸਰਕਾਰ ਨਹੀਂ। ਉਹ ਹੈਡਲਾਈਨ ਮੈਨੇਜਮੈਂਟ ਦੀ ਸਰਕਾਰ ਹੈ, ਕ੍ਰਾਈਸਿਸ ਮੈਨੇਜਮੈਂਟ ਵਾਲੀ ਸਰਕਾਰ ਨਹੀਂ ਹੈ। ਜੈਵੀਰ ਸ਼ੇਰਗਿੱਲ ਨੇ ਆਪ ਖੜੇ ਹੋ ਕੇ ਤਾਲੀ ਵੀ ਵਜਾਈ, ਥਾਲੀ ਵੀ ਵਜਾਈ ਤੇ ਦੀਏ ਵੀ ਬਾਲੇ, ਪਰ
क्वेश्चन चक्के जब थाली और थाली बजाओगे, पर जो आम आदमी की थाली तुसी च छेद करते, थाली खाली करती, ਉਹਦੇ ਲਈ भी कुछ सोच लो। मैं जिदा प्रश्न किया, जिदा तुसी 3 दिन ताली थाली दिए बजाउण नूं दिते, सिर्फ 3 घंटे लॉकडाउन नूं क्यों दिते? सिर्फ 3 महीने EMI मॉरेटोरियम क्यों दिता? 3 महीने की कर्जा माफी क्यों नहीं की? इन्हां ने बीजेपी ने झूठे पाखंडी राष्ट्रवाद का लाइसेंस ले लिया, जिहदे चलते एक किसी का भी मर्डर कर सकते हैं। अज कांग्रेस पार्टी नूं राष्ट्रवादी होने का सर्टिफिकेट भाजपा तो नहीं लेना। एक हिंदी की कहावत है, मेरे पैरों के छालो जरा लहू उगलो, मेरा वतन मेरे सफर के निशान मांग रहा है। सानू उन्हां तो नहीं लेना। जो अज तुसीं ते मैं गल कर रहे हैं, जम्मू कश्मीर च सरपंच अरेस्ट हो गया है जो बीजेपी का मैंबर सी, जो हिजबुल मुजाहिदीन का सी। पंजाब भुलिया नहीं है, जिस नौजवान जो पंजाब के नौजवान ने पंजाब लिए लहू पाया, उत्थे ही लाल कारपेट, लाल लहू जिन्हें पाया उत्थे ही लाल कारपेट बिछा के ISI पठानकोट बुलाई गई थी। राष्ट्रवाद का ढोल ना बजान। भारत का वीर फंड, मैं थोड़ा सॉरी टॉपिक को हट रहे हैं, भारत का वीर फंड बनिया सी, वो जिहड़ा साडे बच्चे शहीद होंदे है उन्हां दी मदद करन लई। अज भी उस भारत के वीर फंड का पैसा कित्थे गया? वो की कहंदे काला खूह, मेरा खूह कित्थे गया? बॉटमलेस पिट, वो अज तक नहीं पता। अच्छा, डू यू थिंक जयवीर के ਜਿਹੜੇ ਲੋਕੀ ਲੋਕਡਾਊਨ ਤੋਂ ਪਹਿਲਾਂ ਜਿਹੜੇ ਲੋਕੀ ਇੱਧਰ ਉੱਧਰ ਫਸੇ ਹੋਏ ਸੀ, ਚਾਹੇ ਉਹ ਕੋਟਾ ਦੇ ਸਟੂਡੈਂਟ ਸੀ, ਹਜ਼ੂਰ ਸਾਹਿਬ ਦੇ ਵਿੱਚ ਬੈਠੇ ਹੋਏ ਸ਼ਰਧਾਲੂ ਸੀ, ਇੱਧਰ ਉੱਧਰ ਜਿੱਥੇ ਵੀ ਬੈਠੇ ਹੋਏ ਲੋਕ ਸੀ, ਕਿ ਉਹਨਾਂ ਨੂੰ ਕੱਢਣ ਦੇ ਲਈ ਲੋਕਡਾਊਨ ਤੋਂ ਪਹਿਲਾਂ ਕੋਈ ਸਟਰੋਂਗ, ਕੋਈ ਐਫੀਸ਼ੀਐਂਟ ਸਟ੍ਰੈਟਜੀ ਅਸੀਂ ਨਹੀਂ ਲਿਆ ਸਕੇ ਜਿਹਦਾ ਨੁਕਸਾਨ ਹੋਇਆ ਸਾਨੂੰ? जी बिल्कुल, जिदा मैं तुहानू कहा कि सरकार नूं डीमोनेटाइजेशन तो पहला एक सबक लेना चाहिए सी कि सरकारां सोच समझ के चलदियां, अपनी तानाशाही ते नहीं चलदियां। स्ट्रैटेजी सीधी सी, 3 स्ट्रैटेजी इन्हां नूं अपनानी चाहिए सी। नंबर 1 स्ट्रैटेजी, जनवरी विच ही पता लग गया सी पूरे देश के पूरे इंटरनेशनल प्लेटफॉर्म ते कोरोना फैल रहा है। जनवरी तो लैके 24 मार्च तक सरकार हाथ ते हाथ धरे क्यों बैठी रही? मोदी जी दिल्ली हार्ट च जाके कचोरियां ते बिहार की चीखा लाटी खा रहे सी, पर कोरोना वायरस की तालाबंदी की प्लैनिंग नहीं की। दूजी, किन्ने मजदूर है? ज्यादा तो ज्यादा 40 तो 50 करोड़ रुपया सिर्फ खर्चा सी। 5000 करोड़ रुपया ते अपनी एडवर्टाइजमेंट का खर्च देंदे तो उन्होंने ट्रेन ते नहीं लिया सकते सी। तीजा एस्पेक्ट, तुसी 43 दिन 43 डेज तो ज्यादा क्यों बैठे रहे? कि ट्रेना नहीं सी, कि ट्रेन के ड्राइवर नहीं सी, कि स्टेट्स नहीं सी, सुप्रीम कोर्ट पटिशन नहीं पई सी, तुसी क्यों नहीं जवाब दिता? जेडे अपने हिंदुस्तान के लोग बाहर इंग्लैंड बच्चे फसे बैठे सी, हुण चलाती भारत वंदे भारत मिशन, ऑपरेशन सुमद्र सेतु, वो भी पैसे लैके, सरकार है, कोई प्रीपेड सिम कार्ड थोड़ी है। सरकार ने साउंड इंश्योरेंस पॉलिसी की तरह काम करना चाहिए सी, जो मुश्किल समय काम आती है। प्रीपेड कार्ड की तरह नहीं कि पैसे पाओ तो तभी चलूंगा। सरकार इनफ टाइम टू प्री प्लान। सरकार ने अखां मीच लईआं, जान के इस समस्या को इग्नोर किया, ना हैल्थ इंफ्रास्ट्रक्चर की तैयारी की, ना PPE किट की तैयारी की, ना साडे मजबूर मजदूर की तैयारी की, ना किसानों की तैयारी की, ना स्टूडेंट की तैयारी की। इन्हां दा रवैया है। मैं तुहाडे तो एक वकील के तौर पर जानना चाहना है, क्योंकि तुसी शायद जिहड़ा पब्लिक एडमिनिस्ट्रेशन वाली चीज़ां उहनूं बहुत बेहतर तरीके नाल समझा पाओगे। ਜਿਹੜੇ ਮਜ਼ਦੂਰ ਸਟੇਟਸ ਦੇ ਵਿੱਚ ਫਸੇ ਹੋਏ ਹੈ, ਜੇ ਉਹਨਾਂ ਨੂੰ ਟ੍ਰੇਨਸ ਦੇ ਰਾਹੀਂ ਬਾਹਰ ਕੱਢਣਾ ਹੈ, ਇਹ ਜ਼ਿੰਮੇਵਾਰੀ ਕਿਹਦੀ ਹੈ? ਕਿ ਕਿਸ ਲਿਸਟ ਦੇ, ਇਹ ਸੈਂਟਰਲ ਲਿਸਟ ਦੇ ਵਿੱਚ ਆਉਂਦਾ ਹੈ ਜਾਂ ਸਟੇਟ ਇਸ਼ੂ ਹੈ? ਕਿਸ ਦਾ ਇਸ਼ੂ ਹੈ? ਸਭ ਤੋਂ ਪਹਿਲਾਂ ਤੇ ਦੋ ਗੱਲਾਂ ਹੋਈਆਂ ਜਦੋਂ ਲੋਕਡਾਊਨ ਲੱਗਿਆ। ਇੱਕ ਐਪੀਡੈਮਿਕ ਐਕਟ ਜਿਹੜਾ ਹਿੰਦੁਸਤਾਨ ਦਾ ਉਹ ਲਾਗੂ ਹੋ ਗਿਆ ਜੀ, ਜੇ ਤੋਂ ਜ਼ਿਆਦਾ ਸਟੇਟਸ ਦੀ ਪਾਵਰ ਵੀ ਸੈਂਟਰ ਨੇ ਲੈ ਲਈ। तभी आज तुसीं देखोगे अज पंजाब नहीं है तय कर रहा कि केड़ा ग्रीन जोन है, रेड जोन है, ऑरेंज जोन है। ये दिल्ली च बैठे लोग फैसले ले रहे कि पंजाब च भी केड़ा ग्रीन, रेड ते ऑरेंज जोन है, तो कदों कितना खुलूगा। नंबर 1। दूजी गल, ट्रांसपोर्टेशन जिहड़ी हैगी है सेंट्रल रेलवेज वो लिस्ट बन जाती जो केंद्र सरकार दे निगरानी च। तीजी गल, वन स्टेट टू पंजाब का जिहड़ा मुद्दा, पंजाब तो महाराष्ट्र, महाराष्ट्र तो बिहार जाण दा, यह सेंट्रल लॉ एंड ऑर्डर सिस्टम का मामला है जो होम मिनिस्टर के अंदर आता है। बॉर्डर सील करने का फैसला होम मिनिस्टर साहब का सी। बॉर्डर सील करना, खोलना, ट्रेन चलानी नहीं चलानी, यह सारी केंद्र सरकार के फैसले। जदों तभी मैं कहा जो इंटरव्यू लेना सी, जो 2 बारी लॉकडाउन करना सी, मोदी सरकार आप टीवी सामने आए। हुण जो लॉकडाउन खोलना सी, वो टीवी सामने क्यों नहीं आए?
ਉਹ ਕੀ ਕਹਿੰਦੇ ਕਿ ਚਿੱਤ ਵੀ ਮੇਰੀ ਪੱਟ ਵੀ ਮੇਰੀ, ਉਹ ਕੰਮ ਨਹੀਂ ਚੱਲਦਾ। ਯੂ ਕੈਨ ਨਾਟ ਹੈਵ ਯੋਰ ਕੇਕ ਐਂਡ ਈਟ ਇਟ ਟੂ। ਜਿੱਦਾਂ ਮੈਂ ਕਿਹਾ ਕਿ ਬੈਟਰ ਪਲੈਨਿੰਗ ਪ੍ਰਧਾਨ ਮੰਤਰੀ ਸਾਹਿਬ ਨੂੰ ਰੋਜ਼ ਮੁੱਖ ਮੰਤਰੀਆਂ ਨਾਲ ਗੱਲ ਕਰਨੀ ਪਊਗੀ। ਮੈਂ ਦਾਅਵੇ ਨਾਲ ਕਹਿ ਸਕਦਾ, ਤੁਹਾਡਾ ਜ਼ਿਆਦਾ ਤੁਸੀਂ ਹਰ ਇੱਕ ਜ਼ਿੰਮੇਦਾਰ ਪੱਤਰਕਾਰ ਨੂੰ ਕਿਸੇ ਮੀਟਿੰਗ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਨੇ ਚੋਣ ਵੀ ਕੀਤੀ ਹੋਏ ਕਿ ਮਾਈਗ੍ਰੈਂਟ ਲੇਬਰ ਨੂੰ ਕਿੱਦਾਂ ਲਿਆਣਾ ਹੈ, ਕਦੋਂ ਲਿਆਣਾ ਹੈ ਤੇ ਕਿਹੜੀ ਟ੍ਰੇਨ ਤੇ ਕਿਹੜੀ ਬੱਸ ਲੱਗਣੀ ਹੈ। ਉਹ ਤਾਂ ਜਦੋਂ ਮੀਡੀਆ ਨੇ, ਜਿਹੜਾ ਲੋਕਤੰਤਰ ਦਾ ਚੌਥਾ ਸਤੰਭ ਹੈ, ਉਹਨਾਂ ਨੇ ਆਵਾਜ਼ ਚੱਕੀ, ਪੋਲੀਟੀਸ਼ੀਅਨਾਂ ਚੁੱਕੇ, ਉਦੋਂ ਉਹਨਾਂ ਨੂੰ ਲੱਗਿਆ ਹੁਣ ਗੱਲ ਵਿਗੜ ਲਈ ਹੈ, ਹੁਣ ਕੁਝ ਕਰ ਲਿਓ, ਉਹ ਵੀ 40 ਦਿਨਾਂ ਤੋਂ ਬਾਅਦ। ਤभी ਮੈਂ ਕਿਹਾ ਆਉਣ ਵਾਲੇ ਸਮੇਂ 'ਚ ਇੱਕ ਵਕੀਲ ਹੋਣ ਕਰਕੇ ਦੇਸ਼ ਨੂੰ ਇੱਕ ਮਜ਼ਬੂਤ ਇਵੈਕੂਏਸ਼ਨ ਪਾਲਿਸੀ ਲਿਆਉਣੀ ਪੈਣੀ ਹੈ, ਜੋ ਕਿਸੇ ਪੋਲੀਟੀਸ਼ੀਅਨ, ਕਿਸੇ ਅਫਸਰਸ਼ਾਹੀ, ਕਿਸੇ ਅਫਸਰ ਦੇ ਅਧੀਨ ਨਾ ਹੋਵੇ, ਕਿ ਜਦੋਂ ਇੱਦਾਂ ਦੀ ਕੋਈ ਰਾਸ਼ਟਰ ਆਪਦਾ ਆਵੇ ਉਹ ਪਾਲਿਸੀ ਆਪਣੇ ਆਪ ਚੱਲਣ ਦਾ ਕੰਮ ਸ਼ੁਰੂ ਕਰੇ। ਅੱਛਾ, ਕਾਂਗਰਸ ਦੇ ਵੱਲੋਂ ਆਪਣੇ ਖਰਚੇ ਤੇ ਇਹਨਾਂ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ, ਆਪਣੇ ਸਟੇਟਸ ਤੱਕ ਪਹੁੰਚਾਉਣ ਦਾ। ਹੁਣ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਸਵਾਲ ਉਠਾ ਰਹੇ ਵੀ ਕਾਂਗਰਸ ਦੇ ਕੋਲ ਇੱਕ ਤਾਂ ਕਾਂਗਰਸ ਸਿੰਪੈਥੀ ਲੈਣਾ ਚਾਹੁੰਦੀ ਹੈ, ਔਰ ਦੂਜਾ ਕਾਂਗਰਸ ਦੇ ਕੋਲ ਇੰਨੇ ਪੈਸੇ ਕਿੱਥੋਂ ਆਏ? ਫਿਰ ਪਾਵਰ 'ਚ ਤਾਂ ਹੈ ਨਹੀਂ ਕਾਂਗਰਸ। वो की कहते हिंदी की कहावत है, हम आहें भी भरते हैं तो हो जाते हैं बदनाम, वो कत्ल भी करते हैं तो चर्चा नहीं होती। गरीब मजदूरों की मदद करनी, गरीबां दी ते देशवासियों मजदूर करनी कांग्रेस के DNA 'ਚ है। मैं अपना इंटरव्यू शुरू किया सी बीजेपी ईस्ट इंडिया कंपनी की तरह रवैया। कांग्रेस तो पहला भी गोरियां नाल लड़ी सी, हुण चोरां नाल लड़ रही है। पहले लड़े थे गोरों से, अब लड़ रहे हैं चोरों से। एक विपक्षी दल का काम है कि मुश्किल समय आवाज़ चकनी ते मदद करनी। ਅੱਜ ਤੁਹਾਡੇ ਚੈਨਲ ਰਾਹੀਂ ਹਰ ਪੋਲੀਟੀਕਲ ਪਾਰਟੀ ਦਾ ਖਰਚਾ ਹਰ ਵੈਬਸਾਈਟ ਤੇ ਹੈਗਾ। 2600 ਕਰੋੜ ਰੁਪਇਆ ਭਾਰਤੀ ਜਨਤਾ ਪਾਰਟੀ ਨੂੰ ਡੋਨੇਸ਼ਨ ਆਈ ਤੇ ਕਾਂਗਰਸ 800 ਕਰੋੜ ਤੇ ਵੀ ਥੱਲੇ ਖੜੀ ਹੈ। ਅਸੀਂ ਤਾਂ ਆਪਣੇ ਘਰ ਤੋਂ ਕੱਢ ਕੇ ਲੋਕਾਂ ਨੂੰ ਵੰਡਦੇ। ਇਹਨਾਂ ਨੇ ਤਾਂ ਇਸ ਮੁਸ਼ਕਿਲ ਘੜੀ ਵੀ ਲੋਕਾਂ ਦੀ ਜੇਬਾਂ ਚੋਂ ਕੱਢ ਕੇ ਆਪਣੇ ਘਰ ਲਿਆਂਦਾ ਪੈਸੇ ਦਾ ਕੰਮ ਕੀਤਾ। ਅਸੀਂ ਤਾਂ ਮੁਸ਼ਕਿਲ ਘੜੀ ਵੀ ਆਪਣੀ ਗੋਲਕ ਤੋੜੀ ਹੈ, ਇਹਨਾਂ ਨੇ ਲੋਕਾਂ ਦੀ ਗੋਲਕ ਤੋੜ ਕੇ, ਸੇਵਿੰਗ ਅਕਾਊਂਟ ਤੋੜ ਕੇ ਆਪਣੇ ਖਜ਼ਾਨੇ ਭਰੇ ਆ। ਇੰਡੀਆ ਦੀ ਨਹੀਂ, ਵਰਲਡ ਦੀ ਰਿਚੈਸਟ ਪਾਰਟੀ ਹੈ ਭਾਰਤੀ ਜਨਤਾ ਪਾਰਟੀ। ਕੋਈ ਵੀ ਤੁਸੀਂ ਗੂਗਲ ਕਰ ਲਓ। ਤੇ ਕੀ ਕੀਤਾ ਉਹ, ਕੀ ਕਹਿੰਦੇ ਕਲਯੁਗ ਹੈ, ਜੋ ਦੇ ਲੈ ਵਾਲੀ ਪਾਲਿਸੀ ਨਹੀਂ ਹੈ। ਤੁਸੀਂ PM ਕੇਅਰ ਫੰਡ ਚੋਂ ਪੈਸਾ ਲਿੱਤਾ, ਕੁਝ ਪਤਾ ਨਹੀਂ ਉਹਦਾ ਹਿਸਾਬ ਕੀ, ਆਡਿਟ ਨਹੀਂ ਹੋਈ। ਤੁਹਾਡੇ ਕੋਲ ਵਰਲਡ ਬੈਂਕ ਤੋਂ $1 ਬਿਲੀਅਨ ਆਇਆ, ਕੁਝ ਪਤਾ ਨਹੀਂ ਉਹਦਾ ਹਿਸਾਬ ਕੀ ਹੈ। ਤੁਹਾਡੇ ਕੋਲ ਐਕਸਾਈਜ਼ ਪੈਟਰੋਲ ਇਸ ਸਾਲ 55,000 ਕਰੋੜ ਰੁਪਏ ਆਣਾ ਹੈ, ਤੁਹਾਨੂੰ ਕੋਈ ਪਤਾ ਨਹੀਂ ਹੈ। ਤੁਹਾਡੇ ਕੋਲ ਸਮਾਲ ਸੇਵਿੰਗ ਸਕੀਮ ਦੀ ਅਰਨਿੰਗ ਇਸ ਸਾਲ, ਜਿਹੜਾ ਤੁਹਾਡਾ ਤਾਂ ਮੇਰਾ PPF ਤੋਂ ਇਹਨਾਂ ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ, 45,000 ਕਰੋੜ ਰੁਪਇਆ ਸਰਕਾਰ ਦੀ ਕਮਾਈ ਹੋਣੀ ਹੈ। ਕਿੱਥੇ ਲੱਗੂਗਾ ਪਤਾ ਨਹੀਂ ਹੈ। ਤੁਹਾਡੇ ਕੋਲ SBI ਸੇਵਿੰਗ ਰੇਟ ਤੋਂ 26,000 ਕਰੋੜ ਰੁਪਏ ਦੀ ਆਮਦਨ ਹੋਣੀ ਹੈ, ਤੁਹਾਨੂੰ ਕੁਝ ਪਤਾ ਨਹੀਂ ਹੈ। ਤੇ ਮੈਂ ਜਿੱਦਾਂ ਉਹੀ ਕਹਿ ਰਿਹਾ ਕਿ ਇਹ ਸਰਕਾਰ ਹੈ, ਖਜ਼ਾਨਾ ਹੈ, ਕਿਹੜਾ ਸੰਦੂਕ ਹੈ ਜਿਸ 'ਚ ਸਿਰਫ ਪੈਸਾ ਜਾਂਦਾ ਤਾਂ ਪਤਾ ਨਹੀਂ ਲੱਗਦਾ ਕਿੱਥੇ। ਇਹ ਲੋਕਾਂ ਦੀ ਜੇਬਾਂ ਕੱਟਣ ਦਾ ਨਹੀਂ, ਭਰਨ ਦਾ ਕੰਮ ਸੀ। ਕਾਂਗਰਸ ਪਾਰਟੀ ਨੂੰ ਫਖਰ ਹੈ, ਅਸੀਂ ਮੋਢੇ ਨਾਲ ਮੋਢਾ ਲਾ ਖੜੇ ਹੋਏ। ਅਗਰ ਇਦਾਂ ਦੀ ਰਾਜਨੀਤੀ ਹੈ, ਇਹਨੂੰ ਗੰਦਾ ਕਹੋ, ਅੱਛਾ ਕਹੋ। ਤੁਹਾਡੇ ਸਟੇਟ ਪ੍ਰੈਜ਼ੀਡੈਂਟ ਨੇ, ਜਿਹੜੇ ਤੁਹਾਡੇ ਸਟੇਟ ਪ੍ਰੈਜ਼ੀਡੈਂਟ ਨੇ ਪੰਜਾਬ, ਸੁਨੀਲ ਜਾਖੜ, ਉਹ ਪਿਛਲੇ ਦਿਨੀ ਸਵਾਲ ਉਠਾ ਰਹੇ ਸੀ ਰੈਪਿਡ ਟੈਸਟਿੰਗ ਕਿਟਸ ਨੂੰ ਲੈ ਕੇ, ਕਿ ਰੈਪਿਡ ਟੈਸਟਿੰਗ ਕਿਟਸ ਨੇ ਜਿਹੜੀਆਂ, ਇੱਕ ਤਾਂ ਉਹ ਕਿਟਸ ਸਹੀ ਨਹੀਂ ਸੀਗੀਆਂ, ਇਸੇ ਕਰਕੇ PGI ਨੇ ਉਹ ਬੈਨ ਕੀਤੀਆਂ, ਰਾਜਸਥਾਨ ਨੇ ਬੈਨ ਕੀਤੀਆਂ, ਫਿਰ ਉਸ ਤੋਂ ਬਾਅਦ ਪੰਜਾਬ ਨੇ ਵੀ, ਤੇ ਫਿਰ ਖੁਦ ICMR ਨੇ ਕਹਿਤਾ ਕਿ ਇਹ ਫਲॉड ਕਿਟਸ ਨੇ, ਇਹਨਾਂ ਦੇ ਨਾਲ ਟੈਸਟ ਸਹੀ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਉਹਨੂੰ ਲੈ ਕੇ ਇੱਕ ਕੇਸ ਵੀ ਗਿਆ ਹੈ, ਜਿਹੜਾ ਕੋਰਟ ਦੇ ਵਿੱਚ ਗਿਆ। ਉਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਚਾਈਨਾ ਦੇ ਵੱਲੋਂ ਇੱਕ ਤੱਕ ਗਲਤ ਕਿਟਸ ਭੇਜ ਦਿੱਤੀਆਂ ਗਈਆਂ, ਤੇ ਦੂਜਾ ਉਹਦੇ ਵਿੱਚ ਮੁਨਾਫਾਖੋਰੀ ਹੋਈ ਹੈ। Do you think ਇਸ ਮੌਕੇ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਣਾ ਸਹੀ ਹੈ? ਦੇਖੋ, ਇੱਕ ਹੁੰਦਾ ਹਿੰਦੀ 'ਚ ਕਿਹਾ ਜਾਂਦਾ, ਉਹਨੂੰ ਕਹਿੰਦੇ ਸੁੱਧਖੋਰ ਸ਼ਾਹੂਕਾਰ। ਸੁੱਧਖੋਰ ਸ਼ਾਹੂਕਾਰ ਉਹ ਬੰਦਾ ਹੁੰਦਾ ਹੈ ਜੋ ਹਮੇਸ਼ਾ ਹੀ ਆਮ ਆਦਮੀ ਦੀ, ਕਿਸਾਨ ਦੀ, ਪੈਨਸ਼ਨਰ ਦੀ, ਬਜ਼ੁਰਗ ਦੀ, ਯੁਵਾ ਦੀ ਆਮਦਨੀ ਤੇ ਗਿੱਧ ਦੀ ਤਰ੍ਹਾਂ ਇਹ ਅੱਖ ਲਾਏ ਬੈਠਾ ਰਹਿੰਦਾ। ਉਹ ਹੁੰਦਾ ਸੁੱਧਖੋਰ ਸ਼ਾਹੂਕਾਰ। भाजपा सरकार ने इस कोरोना वायरस की महामारी च एक सुद्धखोर शाहूकार का रोल निभाया है, जो एक आम आदमी की आमदनी ते गिद्ध की तरह दृष्टि बनाए बैठे रहे। दो गल्लां होच है, पहला तुसीं रैपिड दिल्ली हाई कोर्ट का फैसला आया कि ISMR की प्रोक्योरमेंट ज़्यादा अधिक तो अधिक 66% तक की प्रॉफिटेरिंग से इन्होंने, जिदा मैं उदाहरण देवां, 10 रुपए वाली चीज़ किते ना किते 60 रुपए च जाके खरीद ली। पहली गल। दूजी गल,
ਚਾਈਨਾ ਤੋਂ ਜਿਹੜੀ ਇਹਨਾਂ ਨੇ ਕਿੱਟਾਂ ਮੰਗਾਈਆਂ 50% ਉਹ ਕੰਡਮ ਨਿਕਲੀਆਂ। ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਕਿਉਂ ਨਿਕਲੀਆਂ ਤੇ ਉਹ 50% ਜਗ੍ਹਾ ਹੋਰ ਉਹ ਕਿੱਟਾਂ ਕਿੱਥੋਂ ਆਣਗੀਆਂ। ਤੀਜੀ ਗੱਲ, ਤੁਸੀਂ ਹਿੰਦੁਸਤਾਨ 'ਚ ਅੱਜ 84,000 ਮਰੀਜ਼ ਪਿੱਛੇ ਸਿਰਫ ਇੱਕ ਕੁਆਰੰਟਾਈਨ ਬੈੱਡ ਹੈਗਾ, 36,000 ਮਰੀਜ਼ ਪਿੱਛੇ ਇੱਕ ਆਈਸੋਲੇਸ਼ਨ ਬੈੱਡ ਹੈਗਾ। ਅੱਜ ਤੁਸੀਂ ਉਹਦੀ ਤਿਆਰੀ ਕਿਉਂ ਨਹੀਂ ਕੀਤੀ? ਤੁਸੀਂ ਅੱਜ ਮੁਨਾਫਾਖੋਰੀ ਦੀ ਜਗ੍ਹਾ ਕਰਨੀ ਸੀ ਮੁਨਾਫਾ ਸਾਝੇਦਾਰੀ, ਤੁਸੀਂ ਉਹ ਕਰਨਾ ਸੀ, ਤੁਸੀਂ ਉਹ ਨਹੀਂ ਕੀਤਾ। ਅੱਜ ਵੀ ਸਰਕਾਰ ਨੇ ਸਾਰੀ ਜ਼ਿੰਮੇਵਾਰੀ ਸਟੇਟਸ ਦੀ ਛੱਡਤੀ ਹੈ। ਪੰਜਾਬ ਨਾਲ ਵੀ ਫਤੇਲਾ ਵਿਵਹਾਰ ਕੀਤਾ। ਪੰਜਾਬ ਜੋ ਸਭ ਤੋਂ ਜ਼ਿਆਦਾ ਕੇਸ ਨਾਲ ਲੜ ਰਿਹਾ ਸੀ, ਟੈਸਟਿੰਗ ਸ਼ਿੱਦਤ ਨਾਲ ਅੱਖਾਂ 'ਚ ਅੱਖਾਂ ਪਾ ਕੇ ਲੜ ਰਿਹਾ ਸੀ, ਸਿਰਫ 71 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਤੋਂ ਆਇਆ। ਇਹ ਸੋਤੇਲਾ ਵਿਵਹਾਰ ਕਿਉਂ ਕੀਤਾ? ਜਿੱਦਾਂ ਮੈਂ ਕਿਹਾ, instead of sharing and caring, BJP focused on solo profiteering even in this hour of humanitarian crisis. ਪਰ ਅੱਜ ਹੀ ਰਾਮਵਿਲਾਸ ਪਾਸਵਾਨ ਹੋਰਾਂ ਦੀ ਸਟੇਟਮੈਂਟ ਆਈ ਹੈ ਕਿ ਜਿੰਨਾ ਅਸੀਂ ਅਨਾਜ ਪੰਜਾਬ ਨੂੰ ਭੇਜ ਰਹੇ ਹਾਂ, ਪੰਜਾਬ ਗਵਰਨਮੈਂਟ ਉਸ ਅਨਾਜ ਦਾ ਵੀ ਇਸਤੇਮਾਲ ਨਹੀਂ ਕਰ ਰਹੀ, ਉਹ ਵੀ ਖਾਧਾ ਜਾ ਰਿਹਾ ਹੈ। ਰਾਮਵਿਲਾਸ ਪਾਸਵਾਨ was saying this. रामविलास पासवान का बयान सुन के कि उल्टा चोर कोतवाल को डांटे। पंजाब ने तो पूरा जिहड़ा पंजाब साडा 1.5% हिंदुस्तान की धरती ते वसिया होया। पंजाब ऑक्यूपाइज ओनली 1.5% ऑफ द लैंड मास ऑफ इंटायर इंडिया। जो किसान देश की झोली भरदा है, उस तो 135 लाख मीट्रिक टन फसल चक्कन का काम किया इस मुश्किल समय में। तो दूजे पासों सरकार ने की किया, MSP जिहड़ा समर्थन मूल्य जिन्होंने आपां कह लैंदे हैं, उन्हां दी कीमतां 'च कटौती कर दी। ਤੇ ਰਾਮਵਿਲਾਸ ਪਾਸਵਾਨ ਜੀ ਨੂੰ ਕਿਹਾ ਜਾਂਦਾ ਹੈ ਵੈਦਰਮੈਨ, ਜੋ ਮੌਸਮ ਦੇਖ ਕੇ ਗੱਲ ਕਰਦੇ ਆ। ਪਿਛਲੇ ਹਫਤੇ ਬਿਆਨ ਦੇ ਰਹੇ ਸੀ ਕਿ ਬਿਹਾਰ ਦੇ ਜਿਹੜੇ ਬੱਚੇ ਕੋਟਾ 'ਚ ਫਸੇ, ਕੇਂਦਰ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਰਹੀ। ਅੱਜ ਮੌਸਮ ਬਦਲਿਆ ਤੇ ਪੰਜਾਬ ਵੱਲ ਉਂਗਲ ਕਰਤੀ। ਤੇ ਅਗਰ ਪੰਜਾਬ ਕਿਸਾਨ ਲਈ ਰਾਮਵਿਲਾਸ ਪਾਸਵਾਨ ਜੀ ਦਾ ਇੰਨਾ ਦਿਲ ਧੜਕਦਾ ਹੈ, ਪਹਿਲਾਂ ਜਿਹੜਾ ਰਾਜਨਾਥ ਸਿੰਘ ਜੀ ਪਠਾਨਕੋਟ ਵਾਅਦਾ ਕਰਕੇ ਗਏ ਸੀ ਹਿੱਕ ਠੋਕ ਕੇ कि मेरी सरकार आएगी तो MSP से 50% अधिक दूंगा, उस वादे को पूरा करन। जो अच्छा काम कर रहे हैं उन्होंने ते उंगल ना चकन। पंजाब के किसान ने इन्ना दिल धड़कदा है ते जेड़ा ट्रैक्टर दी ट्यूबां कीड़े मारन वाली दवाइयां ते GST लाया होया 5 ਤੋਂ 12%, वो GST हटान। किसान ने इन्ना दिल धड़कदा है ते डीजल दी कीमतां घट करन। किसान ਲਈ ਦਿਲ ਧੜਕਦਾ ਹੈ ਤੇ ਇੰਟਰਸਟੇਟ ਮੂਵਮੈਂਟ ਕਰਕੇ ਜਿਹੜਾ ਟਰੱਕ ਵਾਲਾ 100 ਰੁਪਏ ਦੀ ਜਗ੍ਹਾ 400 ਰੁਪਏ ਅੱਜ ਲੈ ਰਿਹਾ, ਬਲੈਕ ਮਾਰਕੀਟਿੰਗ ਚੱਕ ਰਹੀ ਹੈ, ਉਹਨਾਂ ਨੂੰ ਰੋਕਣ। कहते हैं हाथी के दांत दिखाने के और खाने के और। पहले रामविलास पासवान जी सारी गल्लां जाके मोदी साहब ਨੂੰ ਸਮਝਾਣ ਕਿ ਮੋਦੀ ਸਾਹਿਬ ਪੰਜਾਬ ਦੇ ਕਿਸਾਨ ਨੂੰ ਤੁਹਾਡੀ ਲੋੜ ਹੈ, ਜਿੱਦਾਂ ਮੁੱਠੀ ਖੋਲ ਕੇ ਤੁਸੀਂ ਐਡਵਰਟਾਈਜ਼ਮੈਂਟ ਦੇ ਪੈਸੇ ਖਰਚੋ, ਇਹਨਾਂ ਦੇ ਵੀ ਖਰਚੋ। ਜਾਵੇਦ, एक दो क्वेश्चंस हो रहा है। एक क्वेश्चन बड़ा इंपॉर्टेंट है ये कि जो ਸ਼ਰਧਾਲੂ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਸ ਤੋਂ ਆਏ, ਸਾਡੇ ਜਿਹੜਾ ਹੁਣ ਰੀਸੈਂਟ ਸਪਾਈਕ ਅਸੀਂ ਦੇਖ ਰਹੇ ਹਾਂ ਕੋਵਿਡ ਪੇਸ਼ੈਂਟਸ ਦਾ, ਉਹ ਹੈ ਬਾਹਰੋਂ ਆਏ ਸ਼ਰਧਾਲੂਆਂ ਦੇ ਕਰਕੇ। ਕਿ ਉਹਦੇ ਵਿੱਚ ਮਿਸਮੈਨੇਜਮੈਂਟ ਹੋਈ ਹੈ, ਪੰਜਾਬ ਗਵਰਨਮੈਂਟ ਤੇ ਇਲਜ਼ਾਮ ਲੱਗ ਰਹੇ ਹੈ, ਕਿਉਂਕਿ ਪਹਿਲੇ ਜਿਹੜੇ ਸ਼ਰਧਾਲੂ ਆਏ ਉਹਨਾਂ ਨੂੰ ਬਗੈਰ ਇੰਸਪੈਕਸ਼ਨ ਘਰ ਜਾਣ ਦਿੱਤਾ ਗਿਆ। ਉਹ ਤੁਸੀਂ ਕੀ ਸਮਝਦੇ ਹੋ, ਕਿੱਥੇ ਕਮੀ ਹੋਈ ਹੈ? ਕੀ ਸਟੇਟ ਗਵਰਨਮੈਂਟ ਤੋਂ ਉੱਥੇ ਉਹਨਾਂ ਨੂੰ ਹੈਂਡਲ ਕਰਨ ਦੇ ਵਿੱਚ ਕਮੀ ਰਹੀ ਹੈ? ਨਹੀਂ, ਦੇਖੋ ਬਿਲਕੁਲ ਇਹ 'ਚ ਮੈਂ ਕੋਈ ਕੀ ਕਹਿੰਦੇ ਗੋਲ-ਮੋਲ ਗੱਲ ਨਹੀਂ ਕਰੂੰਗਾ। ਦੋ ਇਸ ਫੈਸਲੇ ਦੇ ਦੋ ਪਹਿਲੂ ਸੀ। ਪਹਿਲਾ ਫੈਸਲਾ ਸੀ ਕਿ ਕੀ ਉਹਨਾਂ ਨੂੰ ਵਾਪਸ ਪੰਜਾਬ ਲਿਆਉਣਾ ਚਾਹੀਦਾ ਕਿ ਨਹੀਂ ਲਿਆਉਣਾ ਚਾਹੀਦਾ। ਉਹ ਫੈਸਲਾ ਬਿਲਕੁਲ ਠੀਕ ਸੀ। ਆਪਣੇ ਘਰ ਦੇ ਕਿਸੇ ਵੀ ਮੈਂਬਰ ਸਦੱਸਿਆ ਨੂੰ ਇਸ ਮੁਸ਼ਕਿਲ ਘੜੀ 'ਚ ਉਹਦਾ ਹੱਥ ਨਹੀਂ ਛੱਡਣਾ ਚਾਹੀਦਾ, ਉਹਨਾਂ ਨੂੰ ਆਪਣੇ ਹਾਲ ਤੇ ਨਹੀਂ ਛੱਡਣਾ ਚਾਹੀਦਾ ਸੀ। ਉਹ ਫਕਰ ਹੈ ਮੈਨੂੰ ਸਰਕਾਰ ਤੇ ਉਹਨਾਂ ਨੂੰ ਲਿਆਈ। ਦੂਜੀ ਗੱਲ, ਹਾਂ, ਪੰਜਾਬ ਸਰਕਾਰ ਨੂੰ, ਮਹਾਰਾਸ਼ਟਰ ਸਰਕਾਰ ਨੂੰ, ਦੋਨੋਂ ਪਾਸੇ ਸਾਡੀ ਪਾਰਟੀਆਂ ਦੀ ਅਸੀਂ ਸਰਕਾਰ 'ਚ ਹੈਗੇ, ਇੱਕ ਮਜ਼ਬੂਤ ਤਿਆਰੀ ਕਰਨੀ ਚਾਹੀਦੀ ਸੀ, ਪਹਿਲੀ ਗੱਲ। ਦੂਜੀ ਗੱਲ, 14 ਦਿਨ ਦਾ ਕੁਆਰੰਟਾਈਨ ਜਿਹੜੀ ਫੈਸਿਲਿਟੀ ਹੈ ਉਹਨੂੰ ਲਾਗੂ ਕਰਨਾ ਚਾਹੀਦਾ ਸੀ। ਤੀਜੀ ਗੱਲ, ਜਿੱਥੇ ਉਹਨਾਂ ਨੂੰ ਰੱਖਿਆ ਹੈ ਹੁਣ ਜਦੋਂ ਟੈਸਟਿੰਗ ਟਰੈਕ ਕਰਕੇ ਵਾਪਸ ਲਿਆ, ਉਹ ਵੀ ਜਿਹੜੀ ਫੈਸਿਲਿਟੀਆਂ ਹੋਰ ਉਹਨਾਂ 'ਚ ਸੁਧਾਰ ਹੋਣਾ ਚਾਹੀਦਾ ਸੀ। ਕੀ ਕਹਿੰਦੇ, ਇੱਕ ਕ੍ਰਾਈਸਿਸ ਸਿਚੁਏਸ਼ਨ, ਇੱਕ ਮੁਸ਼ਕਿਲ ਘੜੀ ਤੁਹਾਨੂੰ ਬਹੁਤ ਸਬਕ ਦੇ ਦਿੰਦੀ ਹੈ। ਕਿ ਮੈਨੂੰ ਲੱਗਦਾ ਕਿ ਜਿਹੜਾ ਸਾਰਾ ਇਨਸੀਡੈਂਟ ਹੋਇਆ ਹੈ ਇਹ ਤੋਂ ਸਬਕ ਲੈ ਕੇ ਕੋਈ ਵੀ ਜਦੋਂ ਹੁਣ ਆ ਰਿਹਾ ਬਾਹਰੋਂ, ਤਦੀ ਹੁਣ 14 ਦਿਨ ਦੀ ਕੁਆਰੰਟਾਈਨ ਫੈਸਿਲਿਟੀ ਹੋ ਰਹੀ ਹੈ, ਇੱਕ ਵਾਰਨਿੰਗ ਸਾਈਨ ਸਮਝ ਕੇ ਸਾਨੂੰ ਆਪਣਾ ਹੈਲਥ ਦਾ ਢਾਂਚਾ ਹੋਰ ਮਜ਼ਬੂਤ ਕਰਨਾ ਚਾਹੀਦਾ। ਪੰਜਾਬ ਸਿਰਫ 4.8% ਖਰਚਦਾ ਆਪਣੇ ਹੈਲਥ ਇਨਫਰਾਸਟ੍ਰਕਚਰ ਤੇ ਬਜਟ ਦਾ, 4.8%। ਮੈਂ ਉਮੀਦ ਕਰਦਾ ਤੇ ਅਪੀਲ ਵੀ ਕਰਦਾ, ਗੁਜ਼ਾਰਿਸ਼ ਵੀ ਕਰਦਾ ਮਨਪ੍ਰੀਤ ਬਾਦਲ ਸਾਹਿਬ ਨੂੰ, ਅਗਲੇ ਬਜਟ ਇਹ ਆંકੜਾ, ਕੇਂਦਰ ਸਰਕਾਰ ਸਿਰਫ 2% GDP ਦਾ ਖਰਚਦੀ, ਅਸੀਂ 4.8, ਇਹ ਫਿਗਰ ਕਮ ਸੇ ਕਮ ਡਬਲ ਹੋਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਕਦੀ ਇਦਾਂ ਦਾ ਸਮਾਂ ਦੁਬਾਰਾ ਨਾ ਦੇਖਣਾ। ਪਰ ਇਸ ਮਹਾਮਾਰੀ ਨੇ ਨਾ ਸਿਰਫ ਸਟੇਟ ਗਵਰਨਮੈਂਟਸ,
ਨਾ ਸਿਰਫ ਸੈਂਟਰ ਗਵਰਨਮੈਂਟ, ਜਿੰਨੀਆਂ ਸਾਡੇ ਮੁਲਕ ਦੀਆਂ ਸਰਕਾਰਾਂ ਨੇ ਸਭ ਦਾ ਅਸਲੀ ਚਿਹਰਾ ਸਾਹਮਣੇ ਲਿਆਤਾ ਹੈ ਲੋਕਾਂ ਦੇ ਸਾਹਮਣੇ ਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈ। ਮਤਲਬ ਸਿਰਫ ਅਸੀਂ ਪੈਟਰੋਲ ਔਰ ਡੀਜ਼ਲ ਤੇ ਵੈਟ ਲਾ ਸਕਦੇ ਹਾਂ, ਸਿਰਫ ਅਸੀਂ ਸ਼ਰਾਬ ਦੀਆਂ ਜਿਹੜੀਆਂ ਕੀਮਤਾਂ ਨੇ ਉਹ 70% ਤੱਕ ਵਧਾ ਸਕਦੇ ਹਾਂ, ਉੱਥੋਂ ਹੀ ਪੈਸਾ ਇਕੱਠਾ ਕਰਕੇ ਅਸੀਂ ਹੈਲਥ ਸਰਵਿਸਿਜ਼ ਆਪਣੀਆਂ ਬਿਹਤਰ ਕਰਾਂਗੇ, ਉਹ ਤੋਂ ਇਲਾਵਾ ਸਾਡੇ ਕੋਲ ਕੁਝ ਨਹੀਂ ਹੈ। ਮਤਲਬ ਪੰਜਾਬ ਜੇ ਸ਼ਰਾਬ ਵੇਚਣ ਦੀ ਇਜਾਜ਼ਤ ਮੰਗਦਾ ਹੈ ਤਾਂ ਆਮ ਆਦਮੀ ਪਾਰਟੀ ਉਹਦਾ ਪੰਜਾਬ 'ਚ ਵਿਰੋਧ ਕਰਦੀ ਹੈ, ਦਿੱਲੀ ਦੇ ਵਿੱਚ 70% ਰੇਟ ਵਧਾ ਕੇ ਸ਼ਰਾਬ ਵੇਚਦੀ ਹੈ। ਇਸੇ ਤਰੀਕੇ ਦੇ ਨਾਲ ਬੀਜੇਪੀ ਦਿੱਲੀ ਦੇ ਵਿੱਚ ਸ਼ਰਾਬ ਵੇਚਣ ਦਾ ਵਿਰੋਧ ਕਰਦੀ ਹੈ ਪਰ ਯੂਪੀ ਦੇ ਵਿੱਚ ਵੇਚਣਾ ਸ਼ੁਰੂ ਕਰ ਦਿੰਦੀ ਹੈ। ਮਤਲਬ ਇਹ ਸਭ ਗੋਲਮੋਲ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ। ਕਹਿੰਦੇ ਜਿੱਥੇ ਚਾਹ ਉੱਥੇ ਰਾਹ, ਨੰਬਰ 1। ਆਉਣ ਵਾਲੇ ਸਮੇਂ 'ਚ ਦੇਖੋ, ਚਾਹੇ ਪੰਜਾਬ ਦੀ ਸਰਕਾਰ ਹੋ, ਉੱਤਰ ਪ੍ਰਦੇਸ਼ ਦੀ ਸਰਕਾਰ ਹੋ, ਮੋਦੀ ਸਾਹਿਬ ਦੀ ਸਰਕਾਰ ਹੋ, ਪੈਸੇ ਦੀ ਕੋਈ ਕਮੀ ਨਹੀਂ। ਪਹਿਲੀ ਗੱਲ, ਰੈਵਨਿਊ ਬਹੁਤ ਹੈ ਸਰਕਾਰਾਂ ਕੋਲ, ਕੇਂਦਰ ਦੀ ਵੀ ਗੱਲ ਕਰ ਲਓ। ਸਰਕਾਰਾਂ ਨੂੰ ਸਮਝਣਾ ਪਊਗਾ ਜਿੰਨਾ ਜ਼ਰੂਰੀ ਬੰਬ, ਬੰਦੂਕਾਂ, ਟੈਂਕਾਂ ਤੇ ਪੈਸਾ ਖਰਚਣਾ ਜਿੰਨਾ ਜ਼ਰੂਰੀ ਹੈ, ਉਨਾ ਹੀ ਜ਼ਰੂਰੀ ਹੈਲਥ ਇੰਫਰਾਸਟ੍ਰਕਚਰ, ਪੀਪੀ, ਟੈਸਟ ਕਿਟਸ ਹੈ। कोरोना वायरस ने दिखाता है कि सिर्फ खतरा बाहरले मुल्कों तो नहीं, खतरा जो मुल्क के अंदर बीमारी फैलती है उस तो भी है, भी इंटरनल सिक्योरिटी में बहुत बड़ा झटका दिंदा है। जिन्ने मजबूत मेरे बॉर्डर ने, जिन्ने टैंक तोपां उत्थे खड़ियां, उन्ना ही हस्पताल च वेंटीलेटर, पीपीई किट ते टेस्ट किटां खड़ियां होनी चाहिए ताकि जो दुश्मन इदां दा हमला करे साडी तैयारी होए। हिंदुस्तान आज अंतरराष्ट्रीय पद्धर ते सानू लोग बहुत उम्मीद नाल देखदे हैं। हिंदुस्तान ने 55 देशों की मदद की है दवाइयां भेज के। आज हिंदुस्तान को पूरे इंटरनेशनल सिचुएशन से अज असी 21वीं सदी दे खड़े हैं। 21वीं सदी दे मुल्क एक डेवलपिंग नेशन का सब तो बड़ा कैरेक्टर होंदा है, वो अपने इंफ्रास्ट्रक्चर ते एजुकेशन ढांचे च कितना पैसा लांदा है। कि जिद्दां कहंदे हैं बैड एग्जाम्पल सर्व एज गुड वार्निंग साइंस। मैं एक देश का युवा होने करके उम्मीद करदा है सरकार जेदी मर्जी होए, पार्टी जेदी मर्जी होए, प्लीज़ आने वाले समय फोकस साडा फ्यूचर कुछ नहीं होगा जे अगर की कहते इस रथ दे या इस गड्ढे दे या इस टायर, ट्रक, इंजन, एरोप्लेन दे चक्के जिहड़े अहम चक्के इंजन है हेल्थ एजुकेशन, वो पंचर रहणगे, यह देश अगे नहीं जा सकता। सानू सबक लैके एकजुट होके मोढे नाल मोढा ला के 21वीं सदी वाले भारत नूं एक मजबूत हेल्थ एजुकेशन का ढांचा देने की बहुत लोड़ है। ते जिन्ने असी मंदिर, मस्जिद, गुरुद्वारा, डिफेंस इत्ते पैसे लाने सरफरोशी शिद्दत नाल, यह सब तो बड़ी इबादत पे प्रार्थना होगी कि अगर इसे हम हेल्थ इंफ्रास्ट्रक्चर। एक आखिरी सवाल, कांग्रेस हमेशा गल करती है प्रैस फ्रीडम की, मीडिया फ्रीडम की, पर उससे विचकार तुसी एक जर्नलिस्ट है जिहड़ा उहदे ते केस भी दर्ज करवाते हो और उन्होंने थाने भी बंद करवाने हो, बिठाने हो। मतलब एक किस तरह की प्रैस फ्रीडम है फिर जयवीर? ਤੁਹਾਡੇ ਸਵਾਲ 'ਚ ਹੀ ਤੁਹਾਡਾ ਉੱਤਰ ਹੈ। ਤੁਸੀਂ ਕਿਹਾ ਇੱਕ ਜਰਨਲਿਸਟ ਨੂੰ, ਪਹਿਲੀ ਗੱਲ ਤਾਂ ਉਹ ਜਰਨਲਿਸਟ ਹੈ ਨਹੀਂ, ਨੰਬਰ 1। ਇੱਕ एंटरटेनर ਕਹਿ ਰਹੇ ਹੋ, ਮੈਂ ਕਹਿ ਰਿਹਾ ਇੱਕ ਅੱਛਾ ਵਕੀਲ ਆਪਣੀ ਦਲੀਲ ਦਿੰਦਾ, ਜਨਤਾ ਤੁਸੀਂ ਜੱਜ ਤੁਸੀਂ ਹੋ ਤਾਂ ਜਨਤਾ ਦਾ ਦਰਬਾਰ ਹੈ। ਪਹਿਲੀ ਗੱਲ, ਜਿੰਨੇ ਪਰਚੇ ਹੋਏ, ਚਾਹੇ ਛੱਤੀਸਗੜ੍ਹ 'ਚ 100 ਤੋਂ ਜ਼ਿਆਦਾ ਪਰਚੇ ਹੋਏ, महाराष्ट्र परचा होया, शायद पंजाब च भी किते परचा होया सी किसी ने। पंजाब च तुसी बहुत परचे कराते हो ना ते? नहीं ते किसी भी परचे च निजी तौर ते श्रीमती सोनिया गांधी दे खिलाफ बोलन ते कोई सैक्शन लग्या होवे, मैनू नहीं लगता। अज जिहड़ी उन्हां दी 12 घंटे इन्वेस्टिगेशन भी होई होई है कि तुसी समाज च हिंदू मुस्लिम दी लड़ाई करा के 9 वजे जहर नहीं फैला सकते, चाहे जयवीर शेरगिल पॉलिटिशियन होए या वकील होए या कोई पत्रकार होए। समाज अपने ना साडा प्रोफेशन सानू लाइसेंस नहीं दिंदा समाज च जहर फैलाण दा। 9 वजे तुसी कह नहीं सकते कि एक हिंदू मरदा ते दूजा खुश हुंदा या मुस्लिम मरदा ते तीजा खुश हुंदा। ਉਹ ਜਿਹੜਾ पत्रकार श्री अर्नब गोस्वामी है, उन्होंने संविधान ने लाइसेंस नहीं दिता समाज च जहर घोलन दा। जहर घोलणगे, असीं तां अर्जी दित्ती सी, अगर वो इन्ने ठीक हुंदे ते सुप्रीम कोर्ट सानू पुलिस नूं कह दिंदा ना बुलाओ जी, जाके माफी मंगो, इन्हां दे सिर ते ताजपोशी करो। किते ना किते दा केस मजबूत खड़ा है कि अज सुप्रीम कोर्ट ने भी इजाजत दी कि उन्हां नूं बुलाया जाए, समनिंग लई बुलाया जाए। ते नाल जिन्हां दी गल तुसीं कर रहे हो, वो आप तां कहंदे नोबडी इज अबव द लॉ, हर रोज 9 बजे ढोल बजांदे है। ते हुण जदों आप लॉ दे थल्ले आए ते अज लॉ माड़ी हो गई। महाराष्ट्र पुलिस ने भी एक पिटीशन जारी करती है, दर्ज करती है कि सानू कैमरे दी धमकियां दिंदे हैं, साडे ते मीडिया दा प्रेशर बनाउंदे हैं। हर प्रोफेशन च माड़ा चंगा बंदा हुंदा,
ਵਕਾਲਤ 'ਚ ਵੀ ਹੈ, ਪੋਲੀਟੀਸ਼ੀਅਨ 'ਚ ਵੀ ਹੈ ਤੇ ਮੀਡੀਆ 'ਚ ਵੀ ਹੈ। ਕਿਸੇ ਨੂੰ ਉਹਨਾਂ ਨੂੰ ਕਾਂਗਰਸ ਵਿਲ ਨਾਟ ਟੋਲਰੇਟ ਐਨੀ criminalization, spreading of venom by anybody in this country। ਅਸੀਂ ਆਪਣਾ ਕਾਨੂੰਨਿਕ ਅਧਿਕਾਰ ਇਸਤੇਮਾਲ ਕੀਤਾ ਹੈ, ਉਹਨਾਂ ਨੇ ਆਪਣੀ ਦਲੀਲਾਂ ਦਿੱਤੀਆਂ, ਬਾਕੀ ਜੋ ਜੱਜ ਕਹੇ ਉਹਨਾਂ ਦਾ ਫੈਸਲਾ ਸਰੱਖ ਹੋਵੇ। ਬਹੁਤ ਸ਼ੁਕਰੀਆ ਜੈਵੀਰ ਇਸ ਗੱਲਬਾਤ ਦੇ ਲਈ। ਸੇਫ Thank ਰਹੋ, ਸੁਰੱਖਿਅਤ ਰਹੋ ਆਪਣੇ ਘਰਾਂ ਦੇ ਵਿੱਚ। ਸਤਿ ਸ਼੍ਰੀ ਥੈਂਕ ਯੂ ਅਕਾਲ। ਜੀ, ਥੈਂਕ ਯੂ।